ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਪਟਿਆਲਾ ਕਲਾਸਿਸ 'ਤੇ। ਸੋ ਅੱਜ ਜਿਵੇਂ ਕਿ ਅਸੀਂ ਅਗਲੇ ਲੈਕਚਰ ਨੂੰ ਕੰਟੀਨਿਊ ਕਰਨ ਜਾ ਰਹੇ ਹਾਂ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਤੁਸੀਂ ਜਿਹੜੀ ਵੀ ਵੀਡੀਓ ਜੇ ਇਸ ਕੰਟੈਂਟ ਨੂੰ YouTube 'ਤੇ ਦੇਖ ਰਹੇ ਹੋ ਤਾਂ ਡਿਸਕ੍ਰਿਪਸ਼ਨ 'ਚ ਜਾ ਕੇ ਅਗਲੀ ਵੀਡੀਓ ਦਾ ਲਿੰਕ ਚੈੱਕ ਕਰ ਸਕਦੇ ਹੋ। ਸੋ ਇਸ ਟੌਪਿਕ ਤੱਕ ਜਾਂਦੇ ਹੋਏ ਸਾਡਾ ਇੱਕ ਹਿੱਸਾ ਕੌਂਸਟੀਟਿਊਸ਼ਨ ਦਾ ਜਾਂ ਪੋਲਿਟੀ ਦਾ ਮੁੱਕ ਜਾਂਦਾ ਹੈ, ਜਿਹਦੇ 'ਚ ਅਸੀਂ DPSPs ਅਤੇ ਫੰਡਾਮੈਂਟਲ ਡਿਊਟੀਜ਼ ਤੱਕ ਦੀ ਸਮਝ ਪੈਦਾ ਕਰਦੇ ਹਾਂ। ਇਸ ਤੋਂ ਬਾਅਦ ਅਸੀਂ ਫਿਰ ਕੇਂਦਰ ਸਰਕਾਰ, ਸੂਬਾ ਸਰਕਾਰ, ਸਥਾਨਕ ਸਰਕਾਰਾਂ ਜਾਣੀ ਕਿ ਸੈਂਟਰਲ ਗੌਰਮੈਂਟ, ਸਟੇਟ ਗੌਰਮੈਂਟ ਅਤੇ ਲੋਕਲ ਬਾਡੀਜ਼ ਬਾਰੇ ਸਮਝਦੇ ਹਾਂ। ਸੋ ਸਮਾਂ ਖਰਾਬ ਨਹੀਂ ਕਰਦੇ, ਆਪਾਂ ਇੰਗਲਿਸ਼ 'ਚ ਇਹਨਾਂ ਨੂੰ ਕਿਹਾ ਜਾਂਦਾ ਹੈ DPSPs, ਸਰਕਾਰ ਦੀਆਂ ਲੋਕਾਂ ਪ੍ਰਤੀ ਜਾਂ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀਆਂ। ਸੰਵਿਧਾਨ ਦੇ ਭਾਗ 4 'ਚ ਅਤੇ ਇਹਨਾਂ ਨੂੰ ਸਪੈਸ਼ਲੀ ਸਰਕਾਰ 'ਤੇ ਇਸ ਕਰਕੇ ਲਾਗੂ ਕੀਤਾ ਗਿਆ ਤਾਂ ਜੋ ਸਰਕਾਰ ਕਦੇ ਨਾ ਭੁੱਲੇ ਕਿ ਉਹ ਲੋਕਾਂ ਦੇ ਵਿਕਾਸ ਵਾਸਤੇ ਹੀ ਸੱਤਾ ਚਾਹੀ ਹੈ। ਜੇ ਕੋਈ ਮੈਨੂੰ ਪੁੱਛੇ ਨਾ ਕਿ ਸਾਡੇ ਜਿਹੜੇ ਬੁਨਿਆਦੀ ਅਧਿਕਾਰ ਨੇ, ਫੰਡਾਮੈਂਟਲ ਰਾਈਟਸ ਅਤੇ DPSPs, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਸਰਕਾਰ ਅਤੇ ਸੰਵਿਧਾਨ ਬਣਾਉਣ ਵਾਲਿਆਂ ਨੇ ਇਹ ਜ਼ਿੰਮੇਵਾਰੀਆਂ ਥੋਪਤੀਆਂ ਕਿ ਤੁਸੀਂ ਇਹ ਕਰਨੀਆਂ ਹੀ ਕਰਨੀਆਂ ਅਤੇ ਬੁਨਿਆਦੀ ਹੱਕ ਲੋਕਾਂ ਨੂੰ ਦੇ ਦਿੱਤੇ। ਹੁਣ ਦੋਵਾਂ 'ਚ ਫਰਕ ਕੀ ਆ? ਜਿੰਨੀ ਵੀ ਸਾਡੇ ਦੇਸ਼ ਦੇ ਵਿੱਚ ਸੋਸ਼ਲ, ਸਮਾਜਿਕ ਅਤੇ ਪੋਲੀਟੀਕਲ ਜਸਟਿਸ, ਜਿਹੜਾ ਵੀ ਸਾਡੇ ਦੇਸ਼ 'ਚ ਪੋਲੀਟੀਕਲ ਅਤੇ ਸੋਸ਼ਲ ਜਸਟਿਸ ਮਿਲਦਾ ਹੈ ਨਾ, ਸਮਾਜਿਕ ਅਤੇ ਰਾਜਨੀਤਿਕ ਨਿਆਂ, ਉਹ ਸਾਨੂੰ ਫੰਡਾਮੈਂਟਲ ਰਾਈਟਸ ਤੋਂ ਮਿਲਦਾ ਹੈ। ਅਤੇ DPSPs ਦਾ ਕੰਮ ਆ ਲੋਕਾਂ ਦੀ ਗਰੀਬੀ ਦੂਰ ਕਰਨੀ, ਲੋਕਾਂ ਨੂੰ ਆਰਥਿਕ ਨਿਆਂ ਦੇਣਾ, ਇਕਨੋਮਿਕ ਜਸਟਿਸ। ਜੇ ਕਦੇ ਵੀ ਪੇਪਰ 'ਚ ਆ ਜੇ ਨਾ ਕਿ ਲੋਕਾਂ ਨੂੰ ਆਰਥਿਕ ਨਿਆਂ ਦੇਣ ਵਾਸਤੇ ਸਾਡੇ ਬੁਨਿਆਦੀ ਅਧਿਕਾਰ ਨੇ, ਕਿਉਂਕਿ ਬੁਨਿਆਦੀ ਅਧਿਕਾਰਾਂ 'ਚ ਤੁਸੀਂ ਕਿਤੇ ਤੋਂ ਬਚਦੇ ਹੋ, ਅਨਟੱਚੇਬਿਲਿਟੀ ਤੋਂ ਬਚਦੇ ਹੋ, ਠੀਕ ਆ, ਤੁਹਾਨੂੰ ਰਿਜ਼ਰਵੇਸ਼ਨ ਮਿਲਦੀ ਆ, ਰਾਜਨੀਤਿਕ ਤੌਰ 'ਤੇ ਤੁਸੀਂ ਮਜ਼ਬੂਤ ਹੁੰਦੇ ਹੋ, ਤੁਹਾਨੂੰ ਜੇਲ੍ਹ 'ਚੋਂ ਛੁੱਟਣ ਦੇ ਅਧਿਕਾਰ ਮਿਲਦੇ ਆ। ਇਹ ਸਾਰੇ ਕਿਹੜੇ ਅਧਿਕਾਰ ਨੇ ਤੁਹਾਡੇ? ਇਹ ਕਿਹੜੇ ਪ੍ਰਕਾਰ ਦਾ ਜਸਟਿਸ ਆ ਤੁਹਾਨੂੰ ਮਿਲ ਰਿਹਾ? ਜਾਂ ਸੋਸ਼ਲ, ਸਮਾਜਿਕ ਤੌਰ 'ਤੇ ਤੁਸੀਂ ਆਪਣੇ ਤੋਂ ਉੱਚੀ ਜਾਤੀ, ਸੋ ਕਾਲਡ, ਜਿਹੜੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਅਮੀਰ ਸਮਝ ਲੈਂਦੇ ਆ ਜਾਂ ਉੱਚੀ ਜਾਤ ਵਾਲੇ ਸਮਝ ਲੈਂਦੇ ਆ, ਉਹਨਾਂ ਤੋਂ ਤੁਹਾਨੂੰ ਸੰਵਿਧਾਨ ਦੇ ਫੰਡਾਮੈਂਟਲ ਰਾਈਟਸ ਬਚਾਉਂਦੇ ਆ, ਜਾਂ ਤੁਹਾਨੂੰ ਰਾਜਨੀਤਿਕ ਤੌਰ 'ਤੇ ਉਹ ਮਜ਼ਬੂਤ ਕਰਦੇ ਆ ਰਿਜ਼ਰਵੇਸ਼ਨ ਦੇ ਕੇ। ਜੇ ਗੱਲ ਕਰੀਏ ਗਰੀਬੀ ਖਤਮ ਕਰਨ ਦੀ, ਤਾਂ DPSPs ਦਾ ਬਹੁਤ ਵੱਡਾ ਰੋਲ ਆ। ਸਰਕਾਰ ਦੇ ਜਿਹੜੇ ਦਿਸ਼ਾ ਨਿਰਦੇਸ਼ ਨੇ ਨਾ, ਨੀਤੀ ਨਿਰਦੇਸ਼ ਨੇ, ਉਹਨਾਂ 'ਚ ਸਾਫ਼ ਲਿਖਿਆ ਹੈ ਕਿ ਸਰਕਾਰ ਗਰੀਬਾਂ ਦੇ ਪੱਖ 'ਚ ਫੈਸਲੇ ਲਊਗੀ, ਉਹਨਾਂ ਨੂੰ ਘਰ ਬਣਾ ਕੇ ਦਊਗੀ, ਉਹਨਾਂ ਲਈ ਮਨਰੇਗਾ ਵਰਗੀਆਂ ਸਕੀਮਾਂ ਲਾਂਚ ਕਰੂਗੀ। ਤਾਂ ਹੀ ਥੰਬਨੇਲ 'ਤੇ ਫੋਟੋ ਮਨਰੇਗਾ ਦੀ ਲੱਗੀ ਹੈ। ਇਹ ਮਨਰੇਗਾ ਵਰਗੀਆਂ ਸਕੀਮਾਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਦੇ ਤਹਿਤ ਆਉਂਦੀਆਂ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੀਆਂ ਨੈਤਿਕ ਜ਼ਿੰਮੇਵਾਰੀਆਂ ਸਰਕਾਰ ਦੀਆਂ DPSPs, ਇਹ ਆਰਥਿਕ ਨਿਆਂ ਦਿੰਦੀਆਂ ਅਤੇ ਫੰਡਾਮੈਂਟਲ ਰਾਈਟਸ ਜਿਹੜੇ ਆ, ਮਤਲਬ ਕਿ ਆਪਣੇ ਜਿਹੜੇ ਬੁਨਿਆਦੀ ਅਧਿਕਾਰ ਨੇ, ਉਹ ਸਮਾਜਿਕ ਅਤੇ ਰਾਜਨੀਤਿਕ ਨਿਆਂ ਦਿੰਦੇ ਆ। ਆ ਜਾਓ, ਸੰਵਿਧਾਨ ਦੇ ਭਾਗ 4 ਅਨੁਛੇਦ 36 ਤੋਂ ਲੈ ਕੇ 51 ਦੇ ਵਿੱਚ ਦਿਸ਼ਾ ਨਿਰਦੇਸ਼ ਲਿਖੇ ਹੋਏ ਆ। ਅਸੀਂ ਇਹ ਦਿਸ਼ਾ ਨਿਰਦੇਸ਼ ਜਿਹੜੇ ਆ ਸਾਡੇ ਸੰਵਿਧਾਨ ਦੇ ਵਿੱਚ, ਇਹ ਅੰਗਰੇਜ਼ 1935 'ਚ ਹੀ ਫਿੱਟ ਕਰ ਗਏ ਸੀ। ਕਹਿੰਦੇ ਆ ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਸੀ, ਉਹ ਕਿਉਂ ਆਪਣੇ ਤੋਂ ਜ਼ਿੰਮੇਵਾਰੀ ਲੈਣਗੇ ਲੋਕਾਂ ਦੀ? ਪਖੰਡ ਕਰਦੇ ਸੀ। ਅੰਗਰੇਜ਼ਾਂ ਨੇ 1935 ਵਾਲੇ ਐਕਟ ਦੇ ਵਿੱਚ ਇੰਸਟਰੂਮੈਂਟ ਆਫ ਇੰਸਟਰਕਸ਼ਨਸ ਮਤਲਬ ਕਿ ਨਿਰਦੇਸ਼ ਦੇਣ ਦਾ ਤਰੀਕਾ, ਇਸ ਨਾਮ ਦੇ ਤਹਿਤ DPSPs ਭਾਰਤ ਦੇ ਲੋਕਾਂ ਵਾਸਤੇ ਲਾਏ ਸੀਗੇ। ਪਰ ਕਿਹੜੇ DPSPs? ਕਹਿਣ ਦੀ ਗੱਲ ਆ। ਪਰ ਅਸੀਂ ਜਿਹੜੇ DPSPs ਨੇ, ਉਹ ਅਸੀਂ ਇੰਸਪਾਇਰ ਹੋਏ ਹਾਂ ਆਇਰਲੈਂਡ ਤੋਂ, ਅਤੇ ਆਇਰਲੈਂਡ ਪ੍ਰਭਾਵਿਤ ਹੋਇਆ ਸਪੇਨ ਦੀ ਸਰਕਾਰ ਤੋਂ। ਪੇਪਰ 'ਚ ਵੀ ਆ ਸਕਦਾ ਹੈ ਕਿ ਅਸੀਂ ਜਿਹੜੇ DPSPs ਨੇ ਆਇਰਲੈਂਡ ਤੋਂ ਲਏ ਆ, ਪਰ ਆਇਰਲੈਂਡ ਨੇ ਕਿੱਥੋਂ ਲਏ ਆ? ਸੋ ਅਸਲ 'ਚ ਜੇ ਗੱਲ ਕਹੀ ਜਾਵੇ, ਸੋ ਬੇਸਿਕਲੀ ਇਹ ਸੰਵਿਧਾਨ ਦੀ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਫਿਲੋਸਫੀ ਨੇ, ਮਤਲਬ ਜੇ ਆਪਾਂ ਇਹਨੂੰ ਕਹੀਏ ਪੂਰੀ ਚੇਤਨਾ ਨੇ ਸੰਵਿਧਾਨ ਦੀ, ਠੀਕ। ਸੋ ਦਿਸ਼ਾ ਨਿਰਦੇਸ਼ ਸਰਕਾਰਾਂ ਦੀ ਗਾਈਡਿੰਗ ਫੋਰਸ ਨੇ, ਮਾਰਗ ਦਰਸ਼ਨ ਕਰਦੇ ਨੇ ਕਿ ਸਰਕਾਰਾਂ ਕਿਵੇਂ ਚੱਲਣੀਆਂ ਚਾਹੀਦੀਆਂ, ਕਿਵੇਂ ਲੋਕਾਂ ਵਾਸਤੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ। ਸੋ ਇਹ ਬਹੁਤ ਇੰਪੋਰਟੈਂਟ ਨੇ। ਅਤੇ ਜੇ ਕੋਈ ਮੈਨੂੰ ਪੁੱਛੇ ਕਿ ਦਿਸ਼ਾ ਨਿਰਦੇਸ਼ ਜਿਹੜੇ ਸੰਵਿਧਾਨ 'ਚ ਹੈਗੇ ਆ, ਉਹ ਕਿੰਨੇ ਪ੍ਰਕਾਰ ਦੇ ਨੇ? ਦੇਖੋ, ਪਹਿਲੀ ਗੱਲ 36 ਤੋਂ ਲੈ ਕੇ 51 ਤੱਕ ਸੰਵਿਧਾਨ ਦੇ ਭਾਗ 4 'ਚ ਨੇ। ਦੂਜੀ ਗੱਲ, ਆਰਟੀਕਲ 36 ਅਤੇ ਆਰਟੀਕਲ 37 'ਚ ਕੋਈ DPSP ਨਹੀਂ ਲਿਖਿਆ ਹੋਇਆ। ਪਹਿਲੀ ਗੱਲ, ਆਰਟੀਕਲ 36 'ਚ ਇਹ ਦੱਸਿਆ ਹੋਇਆ ਹੈ ਕਿ ਜਿਹੜੇ ਰਾਜ ਤੋਂ, ਜਿਹੜੀ ਸਰਕਾਰ ਤੋਂ ਤੁਸੀਂ DPSP ਮੰਗਦੇ ਹੋ, ਉਹਦੀ ਡੈਫੀਨੇਸ਼ਨ ਕੀ ਹੈ।
ਰਾਜ ਦੀ ਪਰਿਭਾਸ਼ਾ ਦੱਸੋ, ਡੈਫੀਨੇਸ਼ਨ ਆਫ ਸਟੇਟ ਦੱਸੋ। ਆਰਟੀਕਲ 36 ਚ ਸਟੇਟ ਦੀ ਡੈਫੀਨੇਸ਼ਨ ਆ, ਕਿਹੜੀ ਡੈਫੀਨੇਸ਼ਨ? ਉਹੀ ਜੋ ਆਰਟੀਕਲ 12 ਚ ਆ। ਤੇ ਆਰਟੀਕਲ 37 ਚ ਇੱਕ ਬੜੀ ਸੋਹਣੀ ਗੱਲ ਲਿਖੀ ਹੈ ਕਿ ਜੇ ਤੁਹਾਡੇ DPSP ਸਰਕਾਰ ਪੂਰੇ ਨਹੀਂ ਕਰਦੀ, ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ, ਤੁਸੀਂ ਸਰਕਾਰ ਨੂੰ ਕਿਸੇ ਵੀ ਅਦਾਲਤ ਯਾਨੀ ਕਿ ਕੋਰਟ 'ਚ ਨਹੀਂ ਘੜੀਸ ਸਕਦੇ। ਬੜੀ ਹੈਰਾਨੀ ਦੀ ਗੱਲ ਆ ਕਿ ਸਰਕਾਰ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਮਝੀਆਂ, ਤੁਹਾਡੀ ਗਰੀਬੀ ਹਟਾਉਣ ਲਈ ਕੰਮ ਨਹੀਂ ਕੀਤਾ, ਤੁਸੀਂ ਸਰਕਾਰ ਨੂੰ ਕੋਰਟ 'ਚ ਵੀ ਨਹੀਂ ਲੈ ਕੇ ਜਾ ਸਕਦੇ। ਫਿਰ ਇੰਨੇ ਆਰਟੀਕਲ ਕਿਉਂ ਲਿਖਤੇ? ਉਹ ਇਸੇ ਕਰਕੇ ਕਿ 5 ਸਾਲ ਬਾਅਦ ਸਰਕਾਰ ਜਦੋਂ ਤੁਹਾਡੀ ਕਚਹਿਰੀ 'ਚ ਆਊਗੀ ਵੋਟਾਂ ਮੰਗਣ, ਉਦੋਂ ਚਪੇੜਾ ਮਾਰ ਦਿਓ। ਸੋ ਜੇ DPSPs ਲਿਖੇ ਹੋਣਗੇ, ਤੁਹਾਨੂੰ ਪਤਾ ਹੋਊਗਾ ਕਿ ਅੱਛਾ ਆਹ ਸਰਕਾਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਇਹਨਾਂ ਨੇ ਨਹੀਂ ਨਿਭਾਈਆਂ, ਤੁਸੀਂ ਫਿਰ ਸਰਕਾਰ ਤੋਂ ਸਜ਼ਾ ਦਿਓਗੇ, ਸਜ਼ਾ ਸਰਕਾਰ ਨੂੰ ਕਿ ਅਸੀਂ ਨਹੀਂ ਤੁਹਾਨੂੰ ਵੋਟਾਂ ਪਾਉਂਦੇ। ਸੋ DPSPs ਆਰਟੀਕਲ 38 ਤੋਂ ਸ਼ੁਰੂ ਹੋ ਜਾਂਦੇ ਆ, 38, 39, 40, 41, 42 ਤੋਂ ਲੈ ਕੇ 51 ਤੱਕ। ਵੈਸੇ ਤਾਂ 36 ਤੋਂ ਹੀ ਸ਼ੁਰੂ ਹੋ ਜਾਂਦੇ, ਪਰ 36 ਦੇ ਵਿੱਚ ਰਾਜ ਦੀ ਪਰਿਭਾਸ਼ਾ ਹੈ, ਸਟੇਟ ਦੀ ਡੈਫੀਨੇਸ਼ਨ, ਤੇ 37 'ਚ ਲਿਖਿਆ ਹੈ ਕਿ ਇਹਨਾਂ ਨੂੰ ਕਿਸੇ ਵੀ ਅਦਾਲਤ 'ਚ ਚੈਲੰਜ ਨਹੀਂ ਕੀਤਾ ਜਾ ਸਕਦਾ। DPSPs ਕੈਨ ਨਾਟ ਬੀ ਚੈਲੰਜਡ ਇਨ ਐਨੀ ਕੋਰਟ ਆਫ ਲਾਅ। ਠੀਕ ਆ, ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਹੁਣ DPSPs ਕਿੰਨੇ ਪ੍ਰਕਾਰ ਦੇ ਨੇ? ਕਿਤੇ ਵੀ ਨਹੀਂ ਲਿਖਿਆ, ਸੰਵਿਧਾਨ 'ਚ ਤਾਂ ਕਿਤੇ ਲਿਖਿਆ ਨਹੀਂ। ਲੋਕਾਂ ਨੇ ਆਪਣੀ ਸਮਝ ਨਾਲ ਜਿਹੜੇ DPSPs ਥੋੜ੍ਹੇ ਜਿਹੇ ਗਰੀਬੀ ਨੂੰ ਖਤਮ ਕਰਨ ਦੀ ਗੱਲ ਕਰਦੇ ਆ, ਲੋਕਾਂ ਨੇ ਉਹਨਾਂ ਨੂੰ ਸਮਾਜਵਾਦੀ DPSPs ਕਹਿਤਾ। ਜਿਹੜੇ ਥੋੜ੍ਹੇ ਜਿਹੇ ਖੁੱਲ੍ਹੇ ਉਦਾਰਵਾਦੀ ਖਿਆਲਾਂ ਦੀ ਗੱਲ ਕਰਦੇ, ਉਦਾਰਵਾਦੀ ਖਿਆਲ ਹੁੰਦੇ ਆ ਜਿਹੜੇ ਨਵੀਂ ਸਦੀ ਨਾਲ, ਨਵੀਂ ਸੋਚ ਨਾਲ ਸੋਚਣ ਵਾਲੇ ਖਿਆਲ, ਉਹਨਾਂ ਨੂੰ ਲੈ ਤਾ ਉਦਾਰਵਾਦੀ DPSPs ਲਿਬਰਲ। ਜਿਹੜੇ ਗਾਂਧੀ ਜੀ ਦੀ ਸੋਚ 'ਤੇ DPSPs ਆਧਾਰਿਤ ਨੇ, ਉਹਨਾਂ ਨੂੰ ਕਹਿਤਾ ਗਾਂਧੀਅਨ DPSPs। ਵੈਸੇ ਤਾਂ 3 ਪ੍ਰਕਾਰ ਦੇ ਆ, ਪਹਿਲੀ ਵਾਰੀ ਮੈਂ ਚੌਥੇ ਕਿਤਾਬ ਦੇ ਪੜ੍ਹ ਰਿਹਾ, ਵੈਸੇ ਰਹਿਣ ਦਿਓ। DPSPs ਮੁੱਖ ਤੌਰ 'ਤੇ 3 ਪ੍ਰਕਾਰ ਦੀ ਹੈ ਜੋ ਕਿਤਾਬਾਂ 'ਚ ਲਿਖੇ ਆ। ਪਹਿਲਾਂ ਮੈਂ ਗੱਲ ਕਰਾਂ ਸਮਾਜਵਾਦੀ DPSPs, ਜਿਹੜੇ ਸਮਾਜਵਾਦੀ ਨੇ, ਇਹ ਉਹ ਦਿਸ਼ਾ ਨਿਰਦੇਸ਼ ਨੇ ਸਰਕਾਰ ਨੂੰ ਜਿਨ੍ਹਾਂ ਤੋਂ ਐਂ ਲੱਗਦਾ ਹੈ ਕਿ ਸਰਕਾਰ ਤੇ ਸੰਵਿਧਾਨ ਬਣਾਉਣ ਵਾਲਿਆਂ ਨੇ ਗਰੀਬੀ ਦੂਰ ਕਰਨ ਦਾ, ਅਮੀਰੀ ਗਰੀਬੀ ਦੇ ਵਿਚਲਾ ਫਾਸਲਾ ਘਟਾਉਣ ਦਾ, ਗਰੀਬਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਪਾਈ ਆ। ਉਹ ਕਿਹੜੇ ਕਿਹੜੇ ਨੇ? ਪੇਪਰ 'ਚ ਕਦੇ ਵੀ ਨਹੀਂ ਆਊਗਾ ਕਿ ਇਹਨਾਂ 'ਚੋਂ ਦੱਸੋ ਕਿਹੜਾ DPSP ਸੋਸ਼ਲਿਸਟ ਆ ਜਾਂ ਸਮਾਜਵਾਦੀ ਆ। ਉਹ ਸਿੱਧਾ ਪੁੱਛਣਗੇ ਕਿ ਆਰਟੀਕਲ 38 ਕੀ ਆ, ਆਰਟੀਕਲ 40 ਕੀ ਆ, ਸਿੱਧੇ ਰੱਟੇ ਮਾਰਨੇ ਆ। ਵੈਸੇ ਪੁੱਛ ਵੀ ਸਕਦੇ ਐਵੇਂ, ਕੋਈ ਪਤਾ ਵੀ ਨਹੀਂ, ਪਰ ਚਾਂਸ ਬਹੁਤ ਘੱਟ ਆ। ਆਰਟੀਕਲ 38 ਵੀ ਸਮਾਜਵਾਦੀ ਆ। ਤੁਸੀਂ ਕਹੋਗੇ ਪੜ੍ਹ ਕੇ ਦੱਸੋ ਕੀ ਆ? ਕੁਛ ਨਹੀਂ, ਮੈਂ ਦੱਸਦਾ। ਸਰਕਾਰ ਦੀ ਇਹ ਜ਼ਿੰਮੇਵਾਰੀ, ਸੁਣੋ ਮੇਰੀ ਗੱਲ, ਇਹਦੇ 'ਤੇ ਸ਼ਾਇਦ ਆਰਟੀਕਲ 38 ਸਰਕਾਰ ਦੀ ਇਹ ਜ਼ਿੰਮੇਵਾਰੀ ਕਿ ਸਰਕਾਰ ਲੋਕ ਕਲਿਆਣਕਾਰੀ ਰਾਜ ਦਾ ਨਿਰਮਾਣ ਕਰੂਗੀ। ਉਹ ਆ ਕਿਹੜਾ ਹੁੰਦਾ ਲੋਕ ਕਲਿਆਣਕਾਰੀ ਰਾਜ? ਇੱਕ ਅਜਿਹਾ ਰਾਜ, ਇੱਕ ਅਜਿਹਾ ਤੰਤਰ ਜਿੱਥੇ ਲੋਕਾਂ ਦੇ ਭਲੇ ਦੀ ਗੱਲ ਹੋਵੇ। ਕਹਿੰਦੇ ਇਹੋ ਜਿਹਾ ਜਿੱਥੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਦੀ ਪ੍ਰਬੰਧ ਹੋਵੇ, ਜਿੱਥੇ ਤੁਹਾਨੂੰ ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ ਜਸਟਿਸ ਮਿਲੇ। ਸੋ ਇਹ ਆਰਟੀਕਲ 38 ਆ ਕਿ ਸਰਕਾਰ ਇੱਕ ਕਲਿਆਣਕਾਰੀ ਰਾਜ ਦਾ ਨਿਰਮਾਣ ਕਰੇਗੀ। ਸਰਕਾਰ ਦੀ ਇੱਕ ਕੋਸ਼ਿਸ਼ ਹੋਊਗੀ, ਇਹਨੂੰ ਇੰਗਲਿਸ਼ 'ਚ ਕਹਿੰਦੇ ਆ ਗਵਰਨਮੈਂਟ ਵਿਲ ਟਰਾਈ ਟੂ ਮੇਕ ਅ ਸਟੇਟ ਆ ਵੈਲਫੇਅਰ ਸਟੇਟ। ਸਰਕਾਰ ਇੱਕ ਕਲਿਆਣਕਾਰੀ ਰਾਜ ਬਣਾਵੇਗੀ। ਆਰਟੀਕਲ 39 ਕੀ ਕਹਿੰਦਾ ਹੈ? ਪੜ੍ਹੋਗੇ ਤਾਂ ਬਹੁਤ ਅਜੀਬ ਆ। ਆਰਟੀਕਲ 39 ਕਹਿੰਦਾ ਹੈ ਕਿ ਸਰਕਾਰ ਅਮੀਰੀ ਤੇ ਗਰੀਬੀ ਦੇ ਵਿਤਕਰੇ ਨੂੰ ਘਟਾਊਗੀ। ਦਿਸ ਇਜ਼ ਆਰਟੀਕਲ 39। ਤੇ ਅਮੀਰੀ ਤੇ ਗਰੀਬੀ ਦੇ ਵਿਤਕਰੇ ਨੂੰ ਹਟਾਉਂਦੇ ਹੋਏ ਸਰਕਾਰ ਕੁਝ ਸਿਧਾਂਤਾਂ ਦਾ ਖਿਆਲ ਰੱਖੂਗੀ। ਕਿਹੜੇ ਸਿਧਾਂਤਾਂ ਦਾ? ਸਰਕਾਰ ਆਪਣੇ ਕੰਮਕਾਰ ਨੂੰ ਕਰਦੇ ਹੋਏ ਕੁਝ ਸਿਧਾਂਤਾਂ ਦਾ ਧਿਆਨ ਰੱਖੇਗੀ। ਸਰਕਾਰ ਆਪਣੇ ਕੰਮਕਾਰ ਨੂੰ ਕਰਦੇ ਹੋਏ ਕਿਹੜੇ ਸਿਧਾਂਤਾਂ ਦਾ ਧਿਆਨ ਰੱਖੂਗੀ? ਉਹ ਸਿਧਾਂਤ ਨੇ ਕਿ ਇੱਕ ਤਾਂ ਲੋਕਾਂ 'ਚ ਅਮੀਰੀ ਤੇ ਗਰੀਬੀ ਦਾ ਫਾਸਲਾ ਘਟੇ, ਗਰੀਬਾਂ ਦਾ ਭਲਾ ਹੋਵੇ। ਆਹ ਕੁਛ ਸਿਧਾਂਤ ਨੇ। ਕਹਿੰਦੇ ਰਾਜਨੀਤੀ ਦਾ ਨਿਰਮਾਣ ਇਸ ਤਰ੍ਹਾਂ ਕਰੇਗੀ ਸਰਕਾਰ ਕਿ ਮਰਦਾਂ ਤੇ ਔਰਤਾਂ ਨੂੰ ਆਪਣੀ ਜੀਵਿਕਾ ਕਮਾਉਣ ਦੇ ਵਧੇਰੇ ਸਾਧਨ ਪ੍ਰਾਪਤ ਹੋਣ, ਕਿ ਲੋਕਾਂ ਕੋਲ ਆਪਣੀ ਵੇਜ ਕਮਾਉਣ ਦੇ ਸੋਰਸ ਵੱਧ ਸਕਣ। ਠੀਕ ਆ, ਤੇ ਜਿੰਨੇ ਵੀ ਭਾਰਤ ਦੇ ਸੰਸਾਧਨ ਨੇ ਉਹਨਾਂ ਦੀ ਬਰਾਬਰ ਵੰਡ ਹੋ ਸਕੇ, ਅਮੀਰ ਤੇ ਗਰੀਬ ਫਾਇਦਾ ਚੱਕ ਸਕਣ ਬਰਾਬਰ। ਪੈਸਾ ਕੁਛ ਕੁ ਲੋਕਾਂ ਦੇ ਹੱਥਾਂ 'ਚ ਇਕੱਠਾ ਹੋ ਕੇ ਨਾ ਰਹਿ ਜੇ। ਅਗਲੀ ਗੱਲ, ਔਰਤਾਂ ਤੇ ਮਰਦਾਂ 'ਚ ਬਰਾਬਰੀ ਹੋਵੇ। ਠੀਕ ਆ, ਸੋ ਇਹ ਸਾਰੀਆਂ ਜ਼ਿੰਮੇਵਾਰੀਆਂ ਸਰਕਾਰ ਨੂੰ ਆਰਟੀਕਲ 39 'ਚ ਮਿਲੀਆਂ ਹੈ। ਜਦੋਂ ਵੀ ਸਰਕਾਰ ਕਿਸੇ ਬੰਦੇ ਦੇ ਫੰਡਾਮੈਂਟਲ ਰਾਈਟਸ ਖੋਹਦੀ ਸੀ ਨਾ, ਤੇ ਕੋਰਟ 'ਚ ਇੱਕੋ ਹੀ ਵਾਸਤਾ ਪਾਉਂਦੀ ਸੀ ਕਿ ਸਾਨੂੰ ਆਰਟੀਕਲ 39 'ਚ ਗਰੀਬੀ ਦੂਰ ਕਰਨ ਲਈ ਕਿਹਾ, ਅਸੀਂ ਤਾਂ ਅਮੀਰ ਲੋਕਾਂ ਦੀ ਵਾਧੂ ਜਾਇਦਾਦ ਖੋਹਨੇ ਆ।
ਸੋ ਸਰਕਾਰ ਕੋਲ 39 ਆਰਟੀਕਲ ਦਾ ਬੜਾ ਬਹਾਨਾ ਸੀ। ਖੈਰ ਹੁਣ ਅੱਗੇ 41 ਆਰਟੀਕਲ। 41 ਆਰਟੀਕਲ ਕੀ ਕਹਿੰਦਾ ਹੈ ਕਿ ਸਰਕਾਰ ਲੋਕਾਂ ਨੂੰ ਕੰਮ ਦਾ ਅਧਿਕਾਰ ਦੇਵੇਗੀ। ਜੇ ਮੰਨ ਲਓ ਸਰਕਾਰ ਲੋਕਾਂ ਨੂੰ ਇਹ ਅਧਿਕਾਰ ਨਾ ਦੇਵੇ ਕਿ ਲੋਕ ਕੋਰਟ 'ਚ ਜਾ ਸਕਦੇ ਆ, ਨਹੀਂ, ਪਰ ਜੇ ਸਰਕਾਰ ਚਾਹੇ ਤਾਂ ਕਾਨੂੰਨ ਬਣਾ ਕੇ ਲੋਕਾਂ ਨੂੰ ਕੰਮ ਦਾ ਅਧਿਕਾਰ, ਬੇਰੁਜ਼ਗਾਰੀ, ਬੁਢਾਪੇ ਦੀਆਂ ਪੈਨਸ਼ਨਾਂ ਦਾ ਅਧਿਕਾਰ ਜੇ ਚਾਹੇ ਤਾਂ ਦੇ ਸਕਦੀ ਹੈ। ਤੁਸੀਂ ਦੱਸੋ, ਚਲੋ ਸਰਕਾਰ ਨੂੰ ਤੁਸੀਂ ਕੋਰਟ 'ਚ ਨਹੀਂ ਲੈ ਕੇ ਜਾ ਸਕਦੇ, ਕੀ ਸਰਕਾਰ ਨੇ ਆਰਟੀਕਲ 41 ਦੇ ਤਹਿਤ ਲੋਕਾਂ ਨੂੰ ਕੰਮ ਦਾ ਅਧਿਕਾਰ ਦਿੱਤਾ ਹੈ? ਬਿਲਕੁਲ ਦਿੱਤਾ ਹੈ। ਜਿਹੜਾ ਤੁਸੀਂ ਮਨਰੇਗਾ ਨਹੀਂ ਪੜ੍ਹਦੇ, ਮਹਾਤਮਾ ਗਾਂਧੀ ਨੈਸ਼ਨਲ ਇੰਪਲੋਇਮੈਂਟ ਰੂਰਲ ਇੰਪਲੋਇਮੈਂਟ ਗਰੰਟੀ ਐਕਟ, ਇਹ ਕੀ ਹੈ ਭਲਾ? ਰਾਈਟ ਟੂ ਵਰਕ, ਕੰਮ ਦਾ ਅਧਿਕਾਰ। ਇਹਦਾ ਮਤਲਬ ਮੈਂ ਮਨਰੇਗਾ ਦੀ ਫੋਟੋ ਥੰਬਨੇਲ 'ਤੇ ਤਾਂ ਲਾਈ ਆ ਕਿ ਮਨਰੇਗਾ ਆਰਟੀਕਲ 41 ਦੇ ਅੰਡਰ ਆਉਂਦਾ ਹੈ, ਕਿਉਂਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਆ ਕਿ ਗਰੀਬਾਂ ਨੂੰ ਭਲਾ ਕਰਨਾ। ਹੁਣ ਅੱਗੇ ਆ ਜਾਓ, ਆਰਟੀਕਲ 42, ਠੀਕ ਆ, ਕਿ ਕੰਮ ਕਰਨ ਵਾਲੀ ਜਿਹੜੀ ਜਗ੍ਹਾ ਹੈ ਤੁਹਾਡੀ, ਜਿੱਥੇ ਤੁਸੀਂ ਕੰਮ ਕਰਦੇ ਹੋ, ਤੁਹਾਡਾ ਬੈਂਕ, ਤੁਹਾਡਾ ਫੈਕਟਰੀ, ਸਭ, ਉੱਥੇ ਉਚਿਤ ਅਤੇ ਮਨੁੱਖੀ ਹਾਲਾਤ ਹੋਣ। ਇਹ ਨਾ ਹੋਵੇ ਗੰਦੇ ਬਾਥਰੂਮ, ਕੁਛ ਨਾ ਹੋਵੇ, ਐਵੇਂ ਦਾ ਸਾਫ਼ ਸੁਥਰਾ ਕੰਮ ਹੋਵੇ। ਅਤੇ ਔਰਤਾਂ ਵਾਸਤੇ ਉੱਥੇ ਜਣੇਪੇ ਦੀ ਸਹਾਇਤਾ, ਮਤਲਬ ਔਰਤਾਂ ਵਾਸਤੇ ਜਣੇਪੇ ਦੀ ਸਹਾਇਤਾ ਕਰਨੀ, ਮਤਲਬ ਜਦੋਂ ਪ੍ਰੈਗਨੈਂਸੀ ਦੇ ਦੌਰਾਨ ਲੋਕਾਂ ਦੀ ਮੈਟਰਨਿਟੀ ਹੈਲਪ ਕਰਨੀ, ਉਹਨਾਂ ਨੂੰ ਮੈਟਰਨਿਟੀ ਲੀਵ ਦੇਣੀ, ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਦੱਸੋ ਸਰਕਾਰ ਨੇ ਨਿਭਾਈ ਹੈ ਕਿ ਨਹੀਂ? ਪਤਾ ਹੋਣਾ ਚਾਹੀਦਾ ਕਿ ਮੈਟਰਨਿਟੀ ਲੀਵ ਮਿਲਦੀ ਹੈ ਬੱਚੇ ਤੋਂ ਜਨਮ ਤੋਂ ਪਹਿਲਾਂ ਤੋਂ ਲੈ ਕੇ ਬਾਅਦ ਤੱਕ। ਅਤੇ ਸਰਕਾਰ ਹਮੇਸ਼ਾ ਇਹ ਕੋਸ਼ਿਸ਼ ਕਰਦੀ ਆ ਕਿ ਆਕੂਪੇਸ਼ਨ ਹਜ਼ਾਰਡੀਅਸ ਲਾਜ਼ ਦੇ ਤਹਿਤ ਇਹ ਧਿਆਨ ਰੱਖੇ ਕਿ ਜਿੱਥੇ ਲੋਕ ਕੰਮ ਕਰਦੇ ਆ ਉਹ ਦਫ਼ਤਰ ਸਾਫ਼ ਰਹਿਣ। ਆਰਟੀਕਲ 43A ਕਹਿੰਦਾ, ਇਹਦੇ 'ਚ ਸਾਫ਼ ਲਿਖਿਆ ਹੋਇਆ 43A 'ਚ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਆ ਕਿ ਸਰਕਾਰ ਟਰੇਡ ਯੂਨੀਅਨਸ ਜਿਹੜੇ ਵਰਕਰ ਹੁੰਦੇ ਆ ਉਹਨਾਂ ਨੂੰ ਉਹ ਕਾਨੂੰਨ ਬਣਾਵੇ ਕਿ ਵਰਕਰ ਜਿਹੜੇ ਆ ਉਹ ਵੀ ਮੈਨੇਜਮੈਂਟ ਦੇ ਵਿੱਚ ਆਪਣੀ ਗੱਲ ਰੱਖ ਸਕਣ। ਜਦੋਂ ਵੀ ਕੋਈ ਮਤਾ ਪਾਸ ਹੋਵੇ ਤਾਂ ਮੈਨੇਜਮੈਂਟ ਵਰਕਰ ਟਰੇਡ ਯੂਨੀਅਨ ਦੇ ਜਾਂ ਵਰਕਰ ਯੂਨੀਅਨ ਦੇ ਜਾਂ ਲੇਬਰ ਯੂਨੀਅਨ ਦੇ ਲੀਡਰਾਂ ਨਾਲ ਗੱਲ ਕਰਕੇ ਹੀ ਕੋਈ ਫੈਕਟਰੀ ਦਾ ਮਤਾ ਪਾਸ ਕਰੇ। ਇਹ ਮੈਂ ਨਹੀਂ ਕਿਹਾ, ਇਹ ਇੰਦਰਾ ਗਾਂਧੀ ਨੇ ਸਪੈਸ਼ਲੀ 42ਵੀਂ ਸੋਧ ਨਾਲ ਐਡ ਕਰਵਾਇਆ ਸੀ 1976 'ਚ ਐਮਰਜੈਂਸੀ ਦੇ ਦੌਰਾਨ। ਕਈ ਲੋਕਾਂ ਨੂੰ ਲੱਗਦਾ ਨਾ ਕਿ ਐਮਰਜੈਂਸੀ ਦੇ ਦੌਰਾਨ ਜਦੋਂ ਇੰਦਰਾ ਗਾਂਧੀ ਨੇ ਸੰਵਿਧਾਨ ਨੂੰ ਅਮੈਂਡ ਕਰਿਆ ਸਾਰਾ ਕੁਛ ਗਲਤ ਕਰਤਾ। ਨਹੀਂ, ਕੁਛ ਚੀਜ਼ਾਂ ਬਹੁਤ ਚੰਗੀਆਂ ਕੀਤੀਆਂ, ਜਿਵੇਂ ਆਰਟੀਕਲ 43A ਨੂੰ ਸੰਵਿਧਾਨ 'ਚ ਜੋੜਨਾ। ਆਰਟੀਕਲ 47, ਸਰਕਾਰ ਜਾਣੀ ਕਿ ਰਾਜ ਦੀ ਜ਼ਿੰਮੇਵਾਰੀ ਆ ਕਿ ਲੋਕਾਂ ਦਾ ਨਿਊਟ੍ਰੀਸ਼ਨ ਲੈਵਲ ਇੰਪਰੂਵ ਹੋਵੇ, ਲੋਕਾਂ ਨੂੰ ਇਹੋ ਜਿਹਾ ਅਨਾਜ ਸਰਕਾਰ ਪ੍ਰਬੰਧ ਕਰਕੇ ਦੇਵੇ ਜਿਹਦੇ 'ਚ ਸਾਰੇ ਤੱਤ ਹੋਣ। ਤੁਸੀਂ ਨਾ ਅੱਜ ਕੱਲ੍ਹ ਇੱਕ ਨਵੀਂ ਚੀਜ਼ ਸੁਣਦੇ ਹੋਵੋਗੇ, ਅੱਜ ਕੱਲ੍ਹ ਜਿਹੜੇ ਚੌਲ ਜਾਂ ਸਬਜ਼ੀ ਦਾਲਾਂ ਸਰਕਾਰ ਦਿੰਦੀ ਆ ਉਹਨਾਂ ਨੂੰ ਫੋਰਟੀਫਾਈ ਕਰ ਦਿੰਦੀ ਆ। ਫੋਰਟੀਫਾਈ ਇੱਕ ਅੰਗਰੇਜ਼ੀ ਦਾ ਸ਼ਬਦ ਆ ਕਿ ਜਿਹੜੇ ਤੱਤ ਉਸ ਅਨਾਜ 'ਚ ਨਹੀਂ ਵੀ ਪਾਏ ਜਾਂਦੇ ਬਾਹਰੋਂ ਲਿਆ ਕੇ ਉਹਦੇ 'ਚ ਪਾ ਦੇਣੇ, ਤਾਂ ਜੋ ਜਦੋਂ ਬੰਦਾ ਉਹ ਅਨਾਜ ਖਾਵੇ, ਜੇ ਉਸ ਅਨਾਜ 'ਚ ਪ੍ਰੋਟੀਨ ਜ਼ਿਆਦਾ ਹੈ ਤਾਂ ਉਹਦੇ 'ਚ ਵਿਟਾਮਿਨ ਵੀ ਲਿਆ ਕੇ ਪਾ ਦੇਣੇ ਬਾਹਰੋਂ ਰਸਾਇਣਿਕ ਪ੍ਰਕਿਰਿਆ ਨਾਲ, ਤਾਂ ਕਿ ਖਾਣ ਵਾਲੇ ਬੰਦੇ ਨੂੰ ਉਹਦੇ 'ਚੋਂ ਇਕੱਲੇ ਪ੍ਰੋਟੀਨ ਨਹੀਂ ਵਿਟਾਮਿਨ ਵੀ ਮਿਲ ਸਕਣ। ਸੋ ਇਹ ਚੀਜ਼ਾਂ ਹੁੰਦੀਆਂ ਹੈ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਅਤੇ ਸਰਕਾਰ ਲੋਕਾਂ ਨੂੰ ਖੁਰਾਕ ਦਾ ਪੱਧਰ ਵਧਾਉਣ ਵਾਸਤੇ ਸਰਕਾਰ ਨੇ ਕੁਛ ਕੀਤਾ ਹੈ ਕਿ ਨਹੀਂ? ਸਰਕਾਰ ਨੇ ਬਕਾਇਦਾ ਇੱਕ ਐਕਟ ਪਾਸ ਕੀਤਾ ਹੋਇਆ, ਫੂਡ ਸਿਕਿਉਰਿਟੀ ਐਕਟ। ਆਪਣੇ ਪਿੰਡਾਂ 'ਚ 2 ਰੁਪਏ ਕਿੱਲੋ ਆਟਾ, 3 ਰੁਪਏ ਕਿੱਲੋ ਦਾਲ ਜਾਂ ਜੋ ਵੀ ਕੁਛ ਮਿਲਦਾ ਹੈ ਉਹ ਇਸ ਸਰਕਾਰ ਦੀ ਇਸੇ ਜ਼ਿੰਮੇਵਾਰੀ ਦਾ ਨਤੀਜਾ ਹੈ। ਜੇ ਕੋਈ ਕਵੇ ਸਰ ਅਸੀਂ ਤਾਂ ਸੋਚਿਆ ਹੀ ਨਹੀਂ ਸੀ ਅੱਜ ਕਰਕੇ ਸਰਕਾਰ ਦੀਆਂ ਜਿਹੜੀਆਂ ਨੈਤਿਕ ਜ਼ਿੰਮੇਵਾਰੀਆਂ ਨੇ ਇਹਨਾਂ ਨੂੰ ਸਰਕਾਰ ਨਿਭਾਉਂਦੀ ਵੀ ਆ, ਅਸੀਂ ਤਾਂ ਇਹਨਾਂ ਨੂੰ ਹਮੇਸ਼ਾ ਹੀ ਚੋਰ ਠੱਗ ਕਹਿੰਦੇ ਰਹੇ ਹਾਂ। ਐਵੇਂ ਦੀ ਕੋਈ ਗੱਲ ਨਹੀਂ, ਸਰਕਾਰ ਨੂੰ ਹਮੇਸ਼ਾ ਹੀ ਖਾਰਜ ਨਹੀਂ ਕੀਤਾ ਜਾ ਸਕਦਾ। ਸਮਝ ਬਣਾਉਣੀ ਹੈ ਤੁਸੀਂ ਉਸ ਚੀਜ਼ ਪ੍ਰਤੀ। ਹੁਣ ਆ ਜਾਓ ਅਗਲੇ, ਉਦਾਰਵਾਦੀ ਲਿਬਰਲ ਜੇ ਸਿਧਾਂਤ ਆ ਜਿਹੜੇ, ਜਿਨ੍ਹਾਂ ਤੋਂ ਐਂ ਲੱਗਦਾ ਹੈ ਕਿ ਸੰਵਿਧਾਨ ਸਰਕਾਰ ਨੂੰ ਕੁਛ ਨਾ ਬੜੀ ਖੁੱਲ੍ਹੇ ਖਿਆਲਾਂ ਵਾਲੀ ਸੋਚ ਰੱਖਣ ਲਈ ਕਹਿ ਰਿਹਾ ਹੈ। ਜਿਵੇਂ ਸਭ ਤੋਂ ਇੰਪੋਰਟੈਂਟ ਗੱਲ, ਸਾਰੇ ਨਾਗਰਿਕਾਂ ਲਈ ਇੱਕ ਸਮਾਨ ਕਾਨੂੰਨ ਵਿਵਸਥਾ, ਮਤਲਬ ਯੂਨੀਫਾਰਮ ਸਿਵਲ ਕੋਡ। ਜਿਵੇਂ ਤੁਸੀਂ ਕਹੋਗੇ ਅੱਜ ਵੀ ਸਾਡੇ ਦੇਸ਼ 'ਚ ਸਾਰਿਆਂ ਲਈ ਇੱਕੋ ਜਿਹੇ ਕਾਨੂੰਨ ਆ, ਉਹ ਕ੍ਰਿਮੀਨਲ ਕਾਨੂੰਨ ਬਰਾਬਰ ਆ, ਸਿਵਲ ਕਾਨੂੰਨ ਨਹੀਂ ਬਰਾਬਰ। ਹਿੰਦੂਆਂ ਸਿੱਖਾਂ ਦੇ ਵਿਆਹ ਤਾਂ ਕਾਨੂੰਨ ਦੇ ਮੁਤਾਬਕ ਹੁੰਦੇ ਆ, ਪਰ ਮੁਸਲਮਾਨਾਂ ਦੇ ਵਿਆਹ ਉਹਨਾਂ ਦੇ ਆਪਣੇ ਰੂਲ ਦੇ ਮੁਤਾਬਕ, ਆਪਣੀ ਸ਼ਰੀਅਤ, ਪਰਸਨਲ ਲਾਅ ਦੇ ਮੁਤਾਬਕ ਹੁੰਦੇ ਆ, ਜਿਹਦੇ 'ਚ ਬਹੁਤ ਜ਼ਿਆਦਾ ਧੱਕਾ ਵੀ ਹੋ ਜਾਂਦਾ ਕਈ ਵਾਰ। ਸੋ ਪੂਰੇ ਦੇਸ਼ 'ਚ ਇੱਕਸਾਰ ਸਮਾਨ ਅਵਸਥਾ, ਸਿਵਲ ਅਵਸਥਾ ਲੈ ਕੇ ਆਉਣੀ, ਇਹ ਸੰਵਿਧਾਨ ਦਾ ਅਨੁਛੇਦ 44 ਆ। ਪਰ ਇਹਦੇ ਵਾਸਤੇ
ਉਹਨਾਂ ਬਰਾਦਰੀਆਂ ਨੂੰ ਮਨਾਉਣਾ ਪਊਗਾ ਜਿੱਥੇ ਇਹ ਕਾਨੂੰਨ ਨਹੀਂ ਗੇ। ਜਦੋਂ ਸਰਕਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਉਹਨਾਂ ਨੂੰ ਐਵੇਂ ਲੱਗਦਾ ਕਿ ਸਾਡੇ ਧਾਰਮਿਕ ਮਾਮਲਿਆਂ 'ਚ ਸਰਕਾਰ ਦਖਲ ਅੰਦਾਜ਼ੀ ਕਰ ਰਹੀ ਹੈ। ਸੋ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੇ ਲਿਬਰਲ DPSPs ਨੇ ਇਹਨਾਂ ਨੂੰ ਲਾਗੂ ਕਰਦੇ ਹੋਏ ਸਮਾਜ ਦੇ ਤੰਗ ਲੋਕਾਂ ਦੀ ਸੋਚ ਨਾਲ ਲੜਨਾ ਸਰਕਾਰ ਨੂੰ ਬਹੁਤ ਔਖਾ ਹੈ। ਹੋਰ ਦੇਖੋ ਇਹੋ ਜਿਹਾ ਇੱਕ ਹੋਰ ਆਰਟੀਕਲ 45 ਛੋਟੇ ਬੱਚਿਆਂ ਦੀ ਦੇਖਭਾਲ ਅਤੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ, ਇਹ ਵੀ ਆਪਣੇ ਆਪ 'ਚ ਲਿਬਰਲ DPSP ਆ। ਇਹ ਕਿਤੇ ਵੀ ਗਰੀਬੀ ਨਾਲ ਸੰਬੰਧਿਤ ਨਹੀਂ ਗਾ, ਇਹ ਸੋਸ਼ਲਿਸਟਿਕ ਨਹੀਂ ਗਾ, ਇਹ ਲਿਬਰਲ ਆ। ਅੱਗੇ ਆ ਜਾਓ ਆਰਟੀਕਲ 48 ਖੇਤੀਬਾੜੀ ਅਤੇ ਪਸ਼ੂ ਪਾਲਣ ਨੂੰ ਆਧੁਨਿਕ ਤਕਨੀਕ ਨਾਲ ਚਲਾਉਣਾ, ਇਹ ਵੀ ਆਪਣੇ ਆਪ 'ਚ ਇੱਕ ਖੁੱਲ੍ਹੇ ਖਿਆਲਾਂ ਵਾਲਾ DPSP ਆ। ਸਰਕਾਰ ਦੀ ਜ਼ਿੰਮੇਵਾਰੀ ਆ। ਕਿਉਂ ਨਹੀਂ ਸਰਕਾਰ PAU ਵਰਗੀਆਂ ਯੂਨੀਵਰਸਿਟੀਆਂ ਖੋਲ੍ਹਦੀ ਜਾਂ ਵੈਟਨਰੀ ਦੇ ਡਾਕਟਰਾਂ ਨੂੰ ਭਰਤੀ ਕਰਦੀ? ਕਿਉਂਕਿ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦੀ ਆ। ਆਰਟੀਕਲ 48A ਇਹ 42ਵੀਂ ਸੋਧ ਨਾਲ ਐਡ ਹੋਇਆ ਸੀ ਬਾਅਦ 'ਚ। 48A ਵਾਤਾਵਰਨ ਦੀ ਸੁਰੱਖਿਆ। ਹੁਣ ਆਪ ਦੱਸੋ ਵਾਤਾਵਰਨ ਦੀ ਸੁਰੱਖਿਆ ਨੂੰ ਤੁਸੀਂ ਕਿਹਦੇ 'ਚ ਲਿਖੋਗੇ ਭਲਾ? ਵਾਤਾਵਰਨ ਦੀ ਸੁਰੱਖਿਆ ਆਪਣੇ ਆਪ 'ਚ ਇੱਕ ਲਿਬਰਲ ਜਿਹਾ DPSP ਆ। ਇਹ ਕੋਈ ਗਰੀਬੀ ਨਾਲ ਸੰਬੰਧਿਤ ਨਹੀਂ, ਇਸ ਕਰਕੇ ਇਹਨੂੰ ਸਮਾਜਿਕ DPSP ਤਾਂ ਨਹੀਂ ਕਹਿ ਸਕਦੇ। ਇਹ ਆ ਗਿਆ ਆਰਟੀਕਲ 49 ਭਾਰਤ ਦੀਆਂ ਜਿੰਨੀਆਂ ਵੀ ਇਤਿਹਾਸਕ ਧਰੋਹਰਾਂ ਨੇ ਉਹਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਰਕਾਰ ਨੇ ਪਾਈ ਆਪਣੇ ਆਪ 'ਤੇ। ਇਹ ਵੀ ਇੱਕ ਬਿਲਕੁਲ ਆਰਕੋਲੋਜੀਕਲ ਸਰਵੇ ਆਫ ਇੰਡੀਆ ਜਿਹੜਾ ਭਾਰਤ ਦਾ ਬਣਿਆ ਹੋਇਆ ਹੈ, ਠੀਕ ਆ। ਸੋ ਜਿਹੜੀ ਇਹੋ ਜਿਹੀ ਸੰਸਥਾ ਬਣਾਈ ਹੋਈ ਆ ਭਾਰਤ ਨੇ, ਉਹਦਾ ਮਕਸਦ ਹੀ ਇਹ ਆ ਕਿ ਅਸੀਂ ਆਪਣੀਆਂ ਇਤਿਹਾਸਕ ਇਮਾਰਤਾਂ ਨੂੰ ਬਚਾਈਏ। ਸੋ ਸਰਕਾਰ ਦੀ ਇਹ ਜ਼ਿੰਮੇਵਾਰੀ ਕੀ ਤੁਹਾਨੂੰ ਕੋਈ ਗਰੀਬੀ ਅਮੀਰੀ ਖਤਮ ਕਰਨ ਦੇ ਐਂਗਲ ਤੋਂ ਲੱਗਦੀ ਹੈ? ਨਹੀਂ ਨਾ। ਇਹ ਆ ਲਿਬਰਲ ਉਦਾਰਵਾਦੀ ਉਹ ਆ। ਪਰ ਆਨੇ ਬਹਾਨੇ ਮੈਂ ਤੁਹਾਨੂੰ ਦੱਸਣ ਲੱਗ ਪਿਆ ਕਿ ਸੰਵਿਧਾਨ ਦਾ ਅਨੁਛੇਦ 49 ਹੈ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੀਆਂ ਧਰੋਹਰਾਂ ਨੂੰ ਬਚਾਵੇ। ਆਰਟੀਕਲ 48A ਆਪਣੇ ਵਾਤਾਵਰਨ ਨੂੰ ਬਚਾਵੇ। ਸਰਕਾਰ ਦੀ ਜ਼ਿੰਮੇਵਾਰੀ 48 ਆਰਟੀਕਲ 'ਚ ਕਿ ਸਰਕਾਰ ਪਸ਼ੂ ਪਾਲਣ ਅਤੇ ਖੇਤੀਬਾੜੀ ਨੂੰ ਪ੍ਰੋਤਸਾਹਿਤ ਕਰੇ। ਸਰਕਾਰ ਦੀ 45 ਆਰਟੀਕਲ ਦੀ ਜ਼ਿੰਮੇਵਾਰੀ ਆ ਛੋਟੇ ਬੱਚਿਆਂ ਦੇ ਪੋਸ਼ਣ ਦਾ ਖਿਆਲ ਅਤੇ ਉਹਨਾਂ ਦੀ ਸਿੱਖਿਆ ਦਾ ਖਿਆਲ। ਆਰਟੀਕਲ 44 ਇਕਸਾਰ ਕਾਨੂੰਨ ਸੰਹਿਤਾ ਪੂਰੇ ਦੇਸ਼ 'ਚ ਲਾਗੂ ਹੋਵੇ। ਆਰਟੀਕਲ 47 ਸਰਕਾਰ ਲੋਕਾਂ ਦੇ ਖੁਰਾਕ ਦੇ ਪੱਧਰ ਨੂੰ ਉੱਚਾ ਚੱਕਣ 'ਚ ਕੋਸ਼ਿਸ਼ ਕਰੇ ਅਤੇ ਉਹਨਾਂ ਨੂੰ ਸਿਹਤਮੰਦ ਬਣਾਵੇ। ਆਰਟੀਕਲ 43A ਸਰਕਾਰ ਕਾਮਿਆਂ ਨੂੰ ਫੈਕਟਰੀਆਂ ਦੀ ਮੈਨੇਜਮੈਂਟ ਦੇ ਵਿੱਚ ਹਿੱਸੇਦਾਰੀ ਦਿਵਾਵੇ। ਆਰਟੀਕਲ 42 ਕੰਮ ਕਰਨ ਵਾਲੀ ਜਗ੍ਹਾ ਜਿੱਥੇ ਲੋਕਾਂ ਨੇ ਕੰਮ ਕਰਨਾ ਹੈ ਉੱਥੋਂ ਦੇ ਹਾਲਾਤ ਚੰਗੇ ਹੋਣ ਅਤੇ ਜਣੇਪਾ ਦੀ ਸਹਾਇਤਾ ਵਾਸਤੇ ਮੈਟਰਨਿਟੀ ਪ੍ਰੈਗਨੈਂਸੀ ਦੇ ਦੌਰਾਨ ਕੰਮ ਕਰਨ ਵਾਲੀਆਂ ਔਰਤਾਂ ਦੀ ਛੁੱਟੀ ਦਾ ਪ੍ਰਬੰਧ। ਅਤੇ ਆਰਟੀਕਲ 41 ਲੋਕਾਂ ਨੂੰ ਕੰਮ ਦਾ ਅਧਿਕਾਰ ਦੇਣਾ। ਆਰਟੀਕਲ 39 ਕਿ ਆਪਣੀਆਂ ਨੀਤੀਆਂ ਬਣਾਉਂਦੇ ਹੋਏ ਸਰਕਾਰ ਇਸ ਗੱਲ ਦਾ ਧਿਆਨ ਧਰੇ ਕਿ ਅਮੀਰੀ ਅਤੇ ਗਰੀਬੀ ਦਾ ਫਾਸਲਾ ਘਟਣਾ ਚਾਹੀਦਾ ਹੈ, ਗਰੀਬਾਂ ਨੂੰ ਹੋਰ ਹੱਕ ਮਿਲਣੇ ਚਾਹੀਦੇ ਆ ਅਤੇ ਇਸ ਕੋਸ਼ਿਸ਼ 'ਚ ਰਹਿਣਾ ਚਾਹੀਦਾ ਸਰਕਾਰ ਨੂੰ ਕਿ ਉਹਨਾਂ ਦੇ ਕਿਸੇ ਵੀ ਕੰਮ ਨਾਲ ਧਨ ਕੁਛ ਕੁ ਲੋਕਾਂ ਤੱਕ ਹੀ ਇਕੱਠਾ ਹੋ ਕੇ ਨਾ ਰਹਿ ਜੇ। ਸੋ ਆਰਟੀਕਲ 39 ਤੋਂ ਪਹਿਲਾਂ ਆਰਟੀਕਲ 38 ਸਰਕਾਰ ਦੀ ਇਹ ਜ਼ਿੰਮੇਵਾਰੀ ਆ ਕਿ ਉਹ ਇੱਕ ਕਲਿਆਣਕਾਰੀ ਰਾਜ ਬਣਾਵੇ। ਕਲਿਆਣਕਾਰੀ ਰਾਜ ਤੋਂ ਭਾਵ ਇਹ ਨਹੀਂ ਕਿ ਉੱਥੇ ਸਾਰੇ ਲੋਕ ਖੁਸ਼ ਹੋਣ, ਉੱਥੇ ਲੋਕਾਂ ਦੀ ਤੰਗੀ ਪੇਸ਼ੀ ਸਰਕਾਰ ਕੱਟਣ ਦੀ ਕੋਸ਼ਿਸ਼ ਕਰੇ। ਆਰਟੀਕਲ 37 ਕਿ ਜੇ ਸਰਕਾਰ ਕੋਈ ਵੀ DPSP ਪੂਰਾ ਨਹੀਂ ਕਰਦੀ ਲੋਕ ਉਹਨੂੰ ਕੋਰਟ 'ਚ ਨਹੀਂ ਘੜੀਸ ਸਕਦੇ। ਆਰਟੀਕਲ 36 ਜਿਸ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੇ DPSP ਲਾਗੂ ਕਰਨੇ ਆ ਉਹਦੀ ਡੈਫੀਨੇਸ਼ਨ ਕੀ ਆ, ਪਰਿਭਾਸ਼ਾ ਕੀ ਆ। ਸੋ ਸਭ ਤੋਂ ਇੰਪੋਰਟੈਂਟ ਮੈਂ ਕਿੰਨੇ ਆਰਟੀਕਲ, ਕਿਉਂਕਿ ਪੇਪਰ 'ਚ DPSP ਸਿੱਧੇ ਪੁੱਛੇ ਜਾਣੇ ਆ, ਉਮੀਦ ਕਰਦਾ ਕਿ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ। ਹੁਣ ਆ ਗਏ ਤੀਸਰੇ ਪ੍ਰਕਾਰ ਦੇ ਇੱਕ DPSP ਹੋਰ ਰਹਿ ਗਿਆ ਜਿਹੜਾ ਕਿ ਲਿਬਰਲ 'ਚ ਹੀ ਆਊਗਾ। ਆਰਟੀਕਲ 51 ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਆ 51 ਕਿ ਸਰਕਾਰ ਇੰਟਰਨੈਸ਼ਨਲ ਪੀਸ ਨੂੰ ਪ੍ਰਮੋਟ ਕਰੇ, ਅੰਤਰਰਾਸ਼ਟਰੀ ਪੱਧਰ 'ਤੇ ਸ਼ਾਂਤੀ ਦੇ ਦੂਤ ਬਣ ਕੇ ਜਾਵੇ ਭਾਰਤ ਸਰਕਾਰ। ਭਾਰਤ ਕਦੇ ਵੀ ਦੋ ਦੇਸ਼ਾਂ 'ਚ ਲੜਾਈ ਨਾ ਪਵਾਵੇ ਅਤੇ ਜੇ ਦੋ ਦੇਸ਼ਾਂ 'ਚ ਲੜਾਈ ਪਵੇ ਅਤੇ ਸਾਡੀ ਮਧਿਅਸਥਤਾ ਨਾਲ, ਮੈਡੀਏਸ਼ਨ ਨਾਲ ਉਹ ਲੜਾਈ ਖਤਮ ਹੁੰਦੀ ਹੋਵੇ ਤਾਂ ਸਾਨੂੰ ਅੱਗੇ ਹੋ ਕੇ ਉਹ ਲੜਾਈ ਖਤਮ ਕਰਨ ਦੀ ਲੋੜ ਆ। ਅਸੀਂ ਕਿਉਂਕਿ ਸਾਡੇ ਸੰਵਿਧਾਨ ਨੇ ਸਾਡੇ 'ਤੇ ਜ਼ਿੰਮੇਵਾਰੀ ਪਾਈ ਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਂਤੀ ਨੂੰ ਪ੍ਰਮੋਟ ਕਰਨਾ, ਪੀਸ ਨੂੰ ਪ੍ਰਮੋਟ ਕਰਨ 'ਚ ਭਾਰਤ ਹਮੇਸ਼ਾ ਆਪਣਾ ਯੋਗਦਾਨ ਰੱਖੇ। ਇਹ ਵੀ ਕਿਹੜੇ ਪ੍ਰਕਾਰ ਦਾ DPSP ਆ? ਲਿਬਰਲ। ਹੁਣ ਮੈਂ ਲਿਬਰਲ ਵੀ ਪੜ੍ਹਾਤੇ, ਉਦਾਰਵਾਦੀ ਜ਼ਿੰਮੇਵਾਰੀਆਂ ਵੀ ਸਰਕਾਰ ਦੀਆਂ ਪੜ੍ਹਾਤੀਆਂ, ਸਮਾਜਿਕ ਵੀ ਪੜ੍ਹਾਤੀਆਂ ਜਿਸ 'ਚ ਐਵੇਂ ਲੱਗੇ ਕਿ ਸਰਕਾਰ ਗਰੀਬੀ 'ਤੇ ਹਮਲਾ ਕਰ ਰਹੀ ਆ। ਤੀਸਰੀਆਂ ਜ਼ਿੰਮੇਵਾਰੀਆਂ ਨੇ ਗਾਂਧੀ ਜੀ ਦੀ ਵਿਚਾਰਧਾਰਾ ਵਾਲੀਆਂ, ਜਿੱਥੋਂ ਐਂ ਲੱਗਦਾ ਕਿ ਸੰਵਿਧਾਨ ਨੇ ਸਾਡੇ ਦੇਸ਼ ਦੀਆਂ ਸਰਕਾਰਾਂ 'ਤੇ ਉਹ ਜ਼ਿੰਮੇਵਾਰੀਆਂ ਪਾਈਆਂ ਜੋ ਗਾਂਧੀ ਜੀ ਚਾਹੁੰਦੇ ਸੀ। ਉਹਨਾਂ ਨੂੰ ਕਹਿੰਦੇ ਆ ਗਾਂਧੀਵਾਦੀ
DPSPs। ਆਰਟੀਕਲ 40 ਇਹਦੇ 'ਚ ਲਿਖਿਆ ਹੈ ਕਿ ਪਿੰਡਾਂ 'ਚ ਪੰਚਾਇਤਾਂ ਦਾ ਨਿਰਮਾਣ ਕਰਨਾ। ਤੁਸੀਂ ਕਹੋਗੇ ਉਹ ਤਾਂ ਹੋਇਆ ਹੀ ਹੋਇਆ ਹੈ। ਅਸਲ 'ਚ ਪਿੰਡਾਂ 'ਚ ਪੰਚਾਇਤਾਂ ਦੇ ਨਿਰਮਾਣ ਨੂੰ ਸੰਵਿਧਾਨਕ ਦਰਜਾ ਤਾਂ 1992 'ਚ ਮਿਲਿਆ ਸੀ 73ਵੀਂ ਸੰਵਿਧਾਨਕ ਸੋਧ ਨਾਲ। ਉਸ ਤੋਂ ਪਹਿਲਾਂ ਪੰਚਾਇਤਾਂ ਦਾ ਸੰਵਿਧਾਨ 'ਚ ਕਿਤੇ ਵੀ ਜ਼ਿਕਰ ਨਹੀਂ ਸੀ, ਸਿਰਫ ਆਰਟੀਕਲ 40 'ਚ, ਕਿ ਜੇ ਸਰਕਾਰਾਂ ਚਾਹੁਣ ਤਾਂ ਪਿੰਡਾਂ 'ਚ ਪੰਚਾਇਤਾਂ ਦਾ ਨਿਰਮਾਣ ਕਰ ਸਕਦੀਆਂ। ਇਹ ਕਿਉਂ ਲਿਖਿਆ ਸੀ? ਗਾਂਧੀ ਜੀ ਦੀ ਸੋਚ ਸੀ ਕਿ ਪਿੰਡਾਂ 'ਚ ਪੰਚਾਇਤਾਂ ਨੂੰ ਪੂਰੇ ਹੱਕ ਮਿਲਣੇ ਚਾਹੀਦੇ ਆ। ਆਰਟੀਕਲ 40 ਤੋਂ ਬਾਅਦ ਆਰਟੀਕਲ 43 ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਆ ਕਿ ਉਹ ਕਾਟੇਜ ਇੰਡਸਟਰੀ, ਕੁਟੀਰ ਉਦਯੋਗ, ਕਾਟੇਜ ਇੰਡਸਟਰੀ ਦਾ ਮਤਲਬ ਹੁੰਦਾ ਕੁਟੀਰ ਉਦਯੋਗ, ਆ ਜਿਹੜਾ ਟੈਕਸਟਾਈਲ ਨੂੰ ਪ੍ਰਮੋਟ ਕੀਤਾ ਜਾ ਸਕੇ ਤਾਂ ਕਿ ਲੋਕ ਵੱਧ ਤੋਂ ਵੱਧ ਖਾਦੀ ਉੱਨ ਕੇ ਆਪਣੇ ਕੱਪੜੇ ਬਣਾਉਣ ਅਤੇ ਉਸ ਵਿਦੇਸ਼ੀ ਕੱਪੜਿਆਂ 'ਤੇ ਨਿਰਭਰ ਨਾ ਰਹਿਣ। ਸੋ ਇਹ ਵੀ ਗਾਂਧੀ ਦੀ ਸੋਚ ਸੀ, ਕੋਟੇਜ ਇੰਡਸਟਰੀ ਨੂੰ ਪ੍ਰਮੋਟ ਕਰਨਾ। ਆਰਟੀਕਲ 46 ਸਰਕਾਰ ਪਿਛੜੀਆਂ ਜਾਤੀਆਂ ਅਤੇ ਜਨਜਾਤੀਆਂ ਦੇ ਵਾਸਤੇ ਕੰਮ ਕਰੇ। ਗਾਂਧੀ ਹਮੇਸ਼ਾ ਅਨਟੱਚੇਬਲ, ਛੂਤ ਲੋਕਾਂ ਲਈ ਕੰਮ ਕਰਦੇ ਰਹੇ। ਤਾਂ ਜਿਹੜਾ ਆਰਟੀਕਲ 46 ਆ ਕਿ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ, ਸ਼ਡਿਊਲ ਕਾਸਟ ਅਤੇ ਸ਼ਡਿਊਲ ਟਰਾਈਬ ਲਈ ਸਰਕਾਰ ਉਹਨਾਂ ਦੀ ਵਿੱਦਿਆ ਦਾ ਅਤੇ ਉਹਨਾਂ ਵਾਸਤੇ ਧਿਆਨ ਦੇਵੇ। ਇਹ ਵੀ ਤਾਂ ਗਾਂਧੀ ਦੀ ਵਿਚਾਰਧਾਰਾ ਵਾਲੀ ਹੀ ਇੱਕ ਜ਼ਿੰਮੇਵਾਰੀ ਹੋ ਗਈ ਇੱਕ ਟਾਈਪ ਦੀ। ਸੋ ਆਰਟੀਕਲ 46 ਵੀ ਗਾਂਧੀ ਦੀ ਵਿਚਾਰਧਾਰਾ। ਪੇਪਰ 'ਚ ਨਹੀਂ ਪੁੱਛਿਆ ਜਾਊਗਾ ਕਿ ਕਿਹੜਾ ਗਾਂਧੀ ਦੀ ਵਿਚਾਰਧਾਰਾ ਵਾਲਾ ਹੈ, ਕਿਹੜਾ ਉਦਾਰਵਾਦੀ ਵਿਚਾਰਧਾਰਾ ਵਾਲਾ DPSP ਹੈ। ਉੱਥੇ ਤਾਂ ਸਿੱਧਾ ਪੁੱਛਿਆ ਜਾਊਗਾ ਕਿ ਆਰਟੀਕਲ 42 ਦੱਸੋ, ਆਰਟੀਕਲ 45 ਦੱਸੋ। ਅੱਗੇ ਆਰਟੀਕਲ 47 ਕਿ ਸਰਕਾਰ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ 'ਤੇ ਰੋਕ ਲਾਵੇ। ਜੇ ਸਰਕਾਰ ਲਾਉਣਾ ਚਾਹੁੰਦੀ ਹੈ ਤਾਂ ਕਿਉਂ ਨਹੀਂ ਲਾਉਂਦੀ? ਕਿਉਂਕਿ ਇਹ ਤੋਂ ਰੈਵਨਿਊ ਬਹੁਤ ਆ। ਪਰ ਜੇ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੀ ਆ ਤਾਂ ਜ਼ਰੂਰ ਨਿਭਾਵੇ। ਪਰ ਤੁਸੀਂ ਸਰਕਾਰ ਨਹੀਂ ਨਿਭਾ ਰਹੀ ਜ਼ਿੰਮੇਵਾਰੀ, ਸਰਕਾਰ ਨੂੰ ਕੋਰਟ 'ਚ ਨਹੀਂ ਲੈ ਕੇ ਜਾ ਸਕਦੇ। ਠੀਕ ਆ। ਆਰਟੀਕਲ 47 ਆ ਨਸ਼ੀਲੀਆਂ ਵਸਤੂਆਂ 'ਤੇ ਸ਼ਰਾਬ 'ਤੇ ਸਰਕਾਰ ਰੋਕ ਲਾਵੇ, ਜ਼ਿੰਮੇਵਾਰੀ ਹੈ ਸਰਕਾਰ ਦੀ। ਨਹੀਂ ਲਾਉਣੀ ਅੱਡ ਗੱਲ ਆ। ਆਰਟੀਕਲ 48 ਗਾਵਾਂ ਅਤੇ ਹੋਰ ਦੁਧੇਰੂ ਪਸ਼ੂਆਂ ਦੀ ਹੱਤਿਆ 'ਤੇ ਰੋਕ। ਆਰਟੀਕਲ 48 ਵੀ ਇਹੀ ਕਹਿੰਦਾ ਹੈ ਕਿ ਐਨੀਮਲ ਹਸਬੈਂਡਰੀ ਨੂੰ ਸਰਕਾਰ ਪ੍ਰਮੋਟ ਕਰੇ। ਜਿਹੜਾ ਇਹ ਪਸ਼ੂ ਪਾਲਣ ਆ ਅਤੇ ਸਪੈਸ਼ਲੀ ਦੁਧਾਰੂ ਪਸ਼ੂਆਂ ਨੂੰ ਸਰਕਾਰ ਆਪਣੀ ਜ਼ਿੰਮੇਵਾਰੀ ਦੇ ਤਹਿਤ ਵੀ ਸਾਂਭੇ। ਇਹ ਵੀ ਤਾਂ ਗਾਂਧੀ ਕਰਦੇ ਰਹੇ ਆ। ਬੱਕਰੀ, ਗਾਵਾਂ, ਇਹ ਗਾਂਧੀ ਜੀ ਹਮੇਸ਼ਾ ਇਹਨਾਂ ਦੇ ਫੇਵਰ 'ਚ ਰਹੇ ਆ। ਗਊ ਹੱਤਿਆ ਦੇ ਗਾਂਧੀ ਹਮੇਸ਼ਾ ਖਿਲਾਫ ਰਹੇ ਆ। ਸੋ ਗਾਂਧੀ ਹਮੇਸ਼ਾ ਗਾਵਾਂ, ਵੱਛੀਆਂ ਅਤੇ ਦੁਧਾਰੂ ਪਸ਼ੂਆਂ ਦੀ ਹੱਤਿਆ 'ਤੇ ਰੋਕ ਲਾਉਂਦੇ ਰਹੇ ਆ। ਇਸ ਕਰਕੇ ਜਦੋਂ ਇਹ DPSP ਲਿਖਿਆ ਦੇਖਿਆ ਮੈਂ ਤਾਂ, ਜਾਂ ਕਿਸੇ ਨੇ ਵੀ ਦੇਖਿਆ ਤਾਂ ਉਹਨੂੰ ਲੱਗਦਾ ਹੈ ਕਿ ਇਹ ਤਾਂ ਗਾਂਧੀ ਦੀ ਸੋਚ ਦੇ ਆਧਾਰ 'ਤੇ DPSP ਹੈ। ਸੋ ਭਾਰਤ 'ਚ ਜਿੰਨੀਆਂ ਵੀ ਆਰਟੀਕਲ 38 ਤੋਂ ਸ਼ੁਰੂ ਹੋ ਕੇ 51 ਤੱਕ ਨੈਤਿਕ ਜ਼ਿੰਮੇਵਾਰੀਆਂ ਹੈ, ਉਹ ਜਾਂ ਤਾਂ ਸਮਾਜਵਾਦੀ ਸੋਚ 'ਤੇ ਆਧਾਰਿਤ ਆ, ਸਮਾਜਵਾਦੀ ਸਿਧਾਂਤਾਂ 'ਤੇ, ਸੋਸ਼ਲਿਸਟ ਪ੍ਰਿੰਸੀਪਲਸ 'ਤੇ, ਜਾਂ ਲਿਬਰਲ ਪ੍ਰਿੰਸੀਪਲਸ 'ਤੇ, ਉਦਾਰਵਾਦੀ ਸਿਧਾਂਤਾਂ 'ਤੇ, ਅਤੇ ਜਾਂ ਗਾਂਧੀ ਜੀ ਦੀ ਵਿਚਾਰਧਾਰਾ 'ਤੇ, ਗਾਂਧੀਅਨ ਪ੍ਰਿੰਸੀਪਲਸ 'ਤੇ। ਸੋ ਆਹੀ 3 ਤਰੀਕੇ ਦੇ ਸਾਨੂੰ ਸੰਵਿਧਾਨ ਦੇ ਵਿੱਚ ਦਿਸ਼ਾ ਨਿਰਦੇਸ਼ ਮਿਲਦੇ ਆ। ਇਹਨਾਂ ਨੂੰ ਮਾਰ ਲਿਓ ਰੱਟਾ। 37 ਤੋਂ ਲੈ ਕੇ 51 ਤੱਕ ਕਿਹੜੇ ਕਿਹੜੇ DPSPs ਨੇ, ਤੁਹਾਨੂੰ ਤੋਤੇ ਵਾਂਗ ਰਟੇ ਹੋਣੇ ਚਾਹੀਦੇ ਆ। ਜਿਵੇਂ ਕੋਈ ਮੈਨੂੰ ਕਹਿ ਦੇ ਕਿ ਸਰ ਇੱਕ ਵਾਰੀ ਦੱਸੋ ਮਾੜਾ ਜਿਹਾ ਬੋਲ ਕੇ, ਜਿਵੇਂ ਕੁਛ ਬੋਲ ਦਿੰਦਾ ਮੈਂ। 51 ਸਰਕਾਰ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਂਤੀ ਨੂੰ ਪ੍ਰਮੋਟ ਕਰੂਗੀ। ਸੰਵਿਧਾਨ ਦਾ ਅਨੁਛੇਦ 50 ਸਰਕਾਰ ਇਹ ਕੋਸ਼ਿਸ਼ ਕਰੂਗੀ ਕਿ ਉਹ ਨਿਆਂਪਾਲਿਕਾ ਯਾਨੀ ਕਿ ਜੁਡੀਸ਼ਰੀ 'ਚ ਬਿਲਕੁਲ ਇੰਟਰਫੇਅਰ ਨਾ ਕਰੇ। 49 ਸਰਕਾਰ ਆਪਣੀਆਂ ਪੁਰਾਣੀਆਂ ਬਿਲਡਿੰਗਾਂ, ਭਵਨ ਕਲਾ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਵਿਰਾਸਤੀ ਧਰੋਹਰਾਂ, ਉਹਨਾਂ ਨੂੰ ਬਚਾਇਆ ਕਰੂਗੀ, ਹੈਰੀਟੇਜ ਸਾਈਟਸ ਨੂੰ। ਆਰਟੀਕਲ 48 ਸਰਕਾਰ ਐਨੀਮਲ ਹਸਬੈਂਡਰੀ, ਪਸ਼ੂ ਪਾਲਣ 'ਤੇ ਕੰਮ ਕਰੂਗੀ। 48A ਜਿਹੜਾ ਬਾਅਦ 'ਚ ਇੰਦਰਾ ਗਾਂਧੀ ਨੇ ਐਡ ਕਰਾਇਆ ਸੀਗਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਸਰਕਾਰ ਵਾਤਾਵਰਨ ਨੂੰ ਸਾਂਭੂਗੀ। ਆਰਟੀਕਲ 47 ਸਰਕਾਰ ਲੋਕਾਂ ਦੇ ਨਿਊਟ੍ਰੀਸ਼ਨ ਪੱਧਰ, ਖੁਰਾਕ ਪੱਧਰ ਦਾ ਧਿਆਨ ਰੱਖੂਗੀ। ਆਰਟੀਕਲ 46 ਸਰਕਾਰ ਜਨਜਾਤੀ ਅਤੇ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਅਣਜਾਤੀਆਂ ਦੀ ਵਿੱਦਿਆ ਅਤੇ ਉਹਨਾਂ ਦੇ ਸਮਾਜਿਕ ਪੱਧਰ ਦਾ ਧਿਆਨ ਰੱਖੂਗੀ। ਆਰਟੀਕਲ 45 ਹੁਣ ਮੇਰੇ ਦਿਮਾਗ 'ਚੋਂ ਸਕਿਪ ਹੋ ਗਿਆ। ਆਰਟੀਕਲ 45 ਹੈਗਾ ਹਾਂ ਕਿ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਅਤੇ 6 ਸਾਲ ਦੀ ਉਮਰ ਤੱਕ ਉਹਨਾਂ ਦੀ ਚਾਈਲਡ ਕੇਅਰ ਦਾ ਧਿਆਨ ਰੱਖੂਗੀ। ਆਰਟੀਕਲ 44 ਸਰਕਾਰ ਪੂਰੇ ਭਾਰਤ 'ਚ ਇੱਕੋ ਜਿਹਾ ਸਿਵਲ ਕੋਡ ਲੈ ਕੇ ਆਊਗੀ, ਨਾ ਜੋ ਐਵੇਂ ਕਿ ਮੁਸਲਮਾਨਾਂ ਦੇ ਵਿਆਹ ਸ਼ਾਦੀ ਦੇ ਕਾਨੂੰਨ ਅੱਡ ਨੇ, ਈਸਾਈਆਂ ਦੇ ਅੱਡ ਅਤੇ ਬਾਕੀਆਂ ਦੇ ਅੱਡ, ਸਭ ਲਈ ਇੱਕਸਾਰ ਜੇ ਸਰਕਾਰ ਚਾਹੇ। ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਆਰਟੀਕਲ 43
ਠੀਕ ਆ। 43 ਆਰਟੀਕਲ ਕਹਿੰਦਾ ਹੈ ਕਿ ਸਰਕਾਰ ਇਸ ਤਰੀਕੇ ਦੇ ਪ੍ਰਬੰਧ ਕਰੂਗੀ ਕਿ ਸਭ ਨੂੰ ਬਰਾਬਰ ਤਨਖਾਹ ਮਿਲੇ, ਸਭ ਨੂੰ ਬਰਾਬਰ ਤਨਖਾਹ ਮਿਲੇ। 43 ਏਜ ਸਰਕਾਰ ਨੇ, ਇਹ ਬਾਅਦ 'ਚ ਐਡ ਹੋਇਆ ਸੀ ਕਿਹੜੀ ਅਮੈਂਡਮੈਂਟ ਨਾਲ, ਤੁਸੀਂ ਕਹੋਗੇ ਸਰ ਬੜਾ ਕਨਫਿਊਜ਼ਿੰਗ ਆ, 42ਵੀਂ ਅਮੈਂਡਮੈਂਟ ਦਾ, ਕਿ ਸਰਕਾਰ ਇਹ ਯਕੀਨੀ ਬਣਾਊਗੀ ਕਿ ਵਰਕਰਸ ਜਿਹੜੇ ਆ ਉਹ ਮੈਨੇਜਮੈਂਟ 'ਚ ਆਪਣਾ ਰੋਲ ਅਦਾ ਕਰ ਸਕਣ, ਕਾਮਿਆਂ ਨੂੰ, ਲੇਬਰ ਕਲਾਸ ਨੂੰ ਫੈਕਟਰੀਆਂ ਦੀ ਮੈਨੇਜਮੈਂਟ ਦੇ ਵਿੱਚ ਹਿੱਸੇਦਾਰੀ ਨੂੰ ਸਰਕਾਰ ਯਕੀਨੀ ਬਣਾਊਗੀ। ਇਸ ਤੋਂ ਬਾਅਦ ਭਾਰਤ ਸੰਵਿਧਾਨ ਸਭਾ ਨੇ 43B ਵੀ ਐਡ ਕਰਤਾ ਸੀ 97th ਅਮੈਂਡਮੈਂਟ ਨਾਲ 2011 'ਚ, ਕਿ ਸਰਕਾਰ ਲੋਕਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ, ਸਹਿਕਾਰੀ ਸੁਸਾਇਟੀਆਂ ਬਣਾਉਣ 'ਚ ਵੀ ਮਦਦ ਕਰੂਗੀ। ਮੈਂ ਪਿੱਛੇ ਨੂੰ ਸਾਰੇ ਆਰਟੀਕਲ ਪੜ੍ਹ ਕੇ ਸੁਣਾਤੇ ਕਿ ਗੌਰਮੈਂਟ ਵਿਲ ਟਰਾਈ ਟੂ ਮੇਕ ਕੋਆਪਰੇਟਿਵ ਸੁਸਾਇਟੀਜ਼, ਠੀਕ ਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਰਟੀਕਲ 42। ਆਰਟੀਕਲ 42 'ਚ ਇਹ ਕਿਹਾ ਸੀ ਕਿ ਸਰਕਾਰ ਲੋਕਾਂ ਦੇ ਕੰਮ ਕਰਨ ਵਾਲੀ ਜਗ੍ਹਾ ਨੂੰ ਸਾਫ ਸੁਥਰਾ ਰੱਖਣ 'ਚ ਲਈ ਵੀ ਸਰਕਾਰ ਕਾਨੂੰਨ ਬਣਾਊਗੀ, ਅਤੇ ਔਰਤਾਂ ਨੂੰ ਮੈਟਰਨਿਟੀ ਲੀਵ ਮਤਲਬ ਜਣੇਪਾ ਦੀ ਸਹਾਇਤਾ ਵੀ ਦਊਗੀ। ਆਰਟੀਕਲ 41 ਸਰਕਾਰ ਇਹ ਕੋਸ਼ਿਸ਼ ਕਰੂਗੀ ਕਿ ਲੋਕਾਂ ਨੂੰ ਕੰਮ ਦਾ ਅਧਿਕਾਰ ਮਿਲੇ, ਜਿਹਦੇ ਤਹਿਤ ਸਰਕਾਰ ਨੇ ਮਨਰੇਗਾ ਬਣਾਇਆ। ਆਰਟੀਕਲ 40 ਅਨੁਛੇਦ 40 ਸਰਕਾਰ ਇਹ ਕੋਸ਼ਿਸ਼ ਕਰੂਗੀ ਕਿ ਪਿੰਡਾਂ ਨੂੰ ਪੰਚਾਇਤਾਂ ਮਿਲਣ। ਆਰਟੀਕਲ 39 ਸਰਕਾਰ ਇਹ ਕੋਸ਼ਿਸ਼ ਕਰੂਗੀ ਕਿ ਉਹ ਆਪਣੀਆਂ ਨੀਤੀਆਂ ਐਵੇਂ ਬਣਾਵੇ ਕਿ ਲੋਕਾਂ ਦੇ ਵਿੱਚ ਗਰੀਬੀ ਅਮੀਰੀ ਦਾ ਫਾਸਲਾ ਘਟੇ ਅਤੇ ਧਨ ਕੁਛ ਕੁ ਲੋਕਾਂ ਕੋਲ ਨਾ ਰਹਿ ਜੇ, ਅਤੇ ਔਰਤਾਂ ਮਰਦ ਸਾਰੇ ਬਰਾਬਰ ਕਮਾਉਣ। ਇਸ ਤੋਂ ਬਾਅਦ ਇੱਕ ਆਰਟੀਕਲ 39A ਵੀ ਆ, ਜਿਹੜਾ 42ਵੀਂ ਅਮੈਂਡਮੈਂਟ ਨਾਲ ਇੰਦਰਾ ਗਾਂਧੀ ਨੇ ਐਡ ਕੀਤਾ, ਕਿ ਸਰਕਾਰ ਗਰੀਬ ਲੋਕਾਂ ਨੂੰ ਫ੍ਰੀ ਲੀਗਲ ਏਡ, ਮੁਫਤ ਕਾਨੂੰਨੀ ਸਹਾਇਤਾ ਦਊਗੀ, ਮੁਫਤ ਕਾਨੂੰਨੀ, ਜਿਹੜੇ ਬੰਦੇ ਕੋਲ ਵਕੀਲ ਨਹੀਂ, ਵਕੀਲ ਦਾ ਵੀ ਪ੍ਰਬੰਧ ਕਰਕੇ ਦਊਗੀ। ਆਰਟੀਕਲ 38 ਸਰਕਾਰ ਇੱਕ ਕਲਿਆਣਕਾਰੀ ਰਾਜ, ਇੱਕ ਅਜਿਹਾ ਤੰਤਰ ਬਣਾਊਗੀ ਜਿੱਥੇ ਲੋਕ ਆਪਣੀਆਂ ਮੁਸ਼ਕਲਾਂ ਸਰਕਾਰ ਨੂੰ ਪਹੁੰਚਾਉਣ ਅਤੇ ਸਰਕਾਰ ਉਹਦਾ ਹੱਲ ਕਰੇ, ਉਹਨੂੰ ਕਹਿੰਦੇ ਆ ਗੁੱਡ ਗਵਰਨੈਂਸ। ਸਰਕਾਰ ਇੱਕ ਵੈਲਫੇਅਰ ਸਟੇਟ ਬਣਾਊਗੀ, ਕਲਿਆਣਕਾਰੀ ਰਾਜ। ਆਰਟੀਕਲ 37 ਕੀ ਕਹਿੰਦਾ ਹੈ ਕਿ ਸਰਕਾਰ ਕਿਸੇ ਵੀ ਜੇ ਸਰਕਾਰ ਕੋਈ ਨੈਤਿਕ ਜ਼ਿੰਮੇਵਾਰੀ ਪੂਰੀ ਨਹੀਂ ਕਰਦੀ ਤਾਂ ਸਰਕਾਰ ਨੂੰ ਕੋਈ ਕੋਰਟ 'ਚ ਨਹੀਂ ਘੜੀਸ ਸਕਦਾ, ਸਿਰਫ ਤੁਸੀਂ ਵੋਟਾਂ ਵੇਲੇ ਉਹ ਤੋਂ ਬਦਲਾ ਲੈ ਸਕਦੇ ਹੋ। ਆਰਟੀਕਲ 36 ਕਹਿੰਦਾ ਹੈ ਕਿ ਜਿਹੜੀ ਸਰਕਾਰ, ਜਿਹੜੀ ਸਟੇਟ, ਜਿਹੜੇ ਰਾਜ ਤੋਂ ਤੁਸੀਂ ਇਹ ਹੱਕ ਖੋਹਣੇ ਆ ਜਾਂ ਲੈਣੇ ਆ, ਉਸ ਸਟੇਟ ਦੀ, ਉਸ ਰਾਜ ਦੀ ਪਰਿਭਾਸ਼ਾ ਕੀ ਹੈ, ਡੈਫੀਨੇਸ਼ਨ ਕੀ ਹੈ। ਦੇਖੋ, ਜੇ ਹੁਣ ਤੁਸੀਂ ਇੱਕ ਪਾਸੇ 36, 37, 38, 39, 40, 36, 37, 38, 39, 39A, 40, 41, 42, 42A, 42B, ਸੌਰੀ 42, 43A, 43, 43B, 43A, 43B, 44, 45, 46, 47, 48, 48A, 49, 50 ਅਤੇ 51। ਇਹਨਾਂ ਨੂੰ ਇੰਗਲਿਸ਼ ਵਾਲੇ ਇੰਗਲਿਸ਼ 'ਚ ਲਿਖ ਲੈਣ ਸਾਹਮਣੇ, ਅਤੇ ਪੰਜਾਬੀ ਵਾਲੇ ਪੰਜਾਬੀ 'ਚ। ਐਵੇਂ ਨਹੀਂ ਤੁਹਾਨੂੰ ਕਦੀ ਸਮਝ ਆਉਣੇ। ਹੁਣ ਮੈਂ ਪੂਰੀ ਸਟੋਰੀ ਸਮਝਾ ਕੀ ਆ ਕਿ ਬਈ ਸੰਵਿਧਾਨ ਦੇ ਵਿੱਚ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ। ਅਸੀਂ ਕਹਿੰਦੇ ਸਰਕਾਰ ਕਿਹੜਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਆ, ਕਿੰਨੀਆਂ ਨਿਭਾਈਆਂ। ਇਹ ਮਨਰੇਗਾ ਚੱਲਦਾ ਦੇਖਿਆ ਨਹੀਂ, ਲੋਕਾਂ ਦੀ ਗਰੀਬੀ ਕਿਸੇ ਹੱਦ ਤੱਕ ਤਾਂ ਸਰਕਾਰ ਨੇ ਰੋਕੀ ਹੈ ਨਾ। ਤੁਸੀਂ ਹਰ ਵੇਲੇ ਆਪਾਂ ਸਰਕਾਰ ਨੂੰ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਅਸੀਂ ਪੜ੍ਹ ਲਿਖ ਜਾਂਦੇ ਹਾਂ ਨਾ ਤਾਂ ਫਿਰ ਸਾਨੂੰ ਬਹੁਤ ਤਰੀਕੇ ਨਾਲ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ। ਸੋ ਸਰਕਾਰ ਦੀਆਂ ਦਿਸ਼ਾ ਨਿਰਦੇਸ਼, ਠੀਕ ਆ। ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਉਹ ਕਿਹੜੇ ਆ ਜਿਹੜੇ ਬਾਅਦ 'ਚ ਸੋਧ ਕੇ ਐਡ ਹੋਏ ਆ, ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਸਾਰੇ ਡਿਸਕਸ ਕਰ ਹੀ ਦਿੱਤੇ ਆ ਆਲਮੋਸਟ। ਅਤੇ ਇੱਕ ਪਾਸੇ ਜੇ ਕੋਈ ਮੈਨੂੰ ਪੁੱਛੇ ਕਿ ਲੋਕਾਂ ਦੇ ਮੌਲਿਕ ਅਧਿਕਾਰ ਹੁੰਦੇ ਆ, ਫੰਡਾਮੈਂਟਲ ਰਾਈਟਸ, ਅਤੇ ਦੂਜੇ ਪਾਸੇ ਦਿਸ਼ਾ ਨਿਰਦੇਸ਼, ਇਹਨਾਂ 'ਚ ਫਰਕ ਕੀ ਆ। ਮੌਲਿਕ ਅਧਿਕਾਰ ਜੇ ਤੁਸੀਂ ਨਾ ਪੂਰੇ ਕਰੇ ਸਰਕਾਰ, ਤਾਂ ਤੁਸੀਂ ਸੁਪਰੀਮ ਕੋਰਟ 'ਚ ਵੀ ਜਾ ਸਕਦੇ ਹੋ ਆਰਟੀਕਲ 32 ਦੇ ਤਹਿਤ, ਅਤੇ ਹਾਈ ਕੋਰਟ ਵੀ ਜਾ ਸਕਦੇ ਹੋ ਆਰਟੀਕਲ 226 ਦੇ ਤਹਿਤ। ਅਤੇ ਜੇ ਤੁਹਾਡੇ ਸਰਕਾਰ ਆਪਣੇ DPSP ਨਾ ਪੂਰਾ ਕਰੇ, ਨਿਰਦੇਸ਼ਕ ਸਿਧਾਂਤ ਨਾ ਪੂਰੇ ਕਰੇ, ਤੁਸੀਂ ਛੋਟੀ ਜਿਹੀ ਅਦਾਲਤ 'ਚ ਵੀ ਨਹੀਂ ਜਾ ਸਕਦੇ। ਦੂਜਾ ਫਰਕ, ਫੰਡਾਮੈਂਟਲ ਰਾਈਟਸ, ਬੁਨਿਆਦੀ ਅਧਿਕਾਰ ਆ ਜਿਹੜੇ, ਉਹ ਰਾਜਨੀਤਿਕ ਅਤੇ ਸਮਾਜਿਕ ਨਿਆਂ ਦਿੰਦੇ ਆ, ਇਹ ਆਰਥਿਕ ਨਿਆਂ ਦਿੰਦੇ ਆ। ਸੋ ਇਹ ਵੀ ਗੱਲ ਬਹੁਤ ਇੰਪੋਰਟੈਂਟ ਆ, ਠੀਕ ਆ। ਸੋ ਇੱਕ ਗੱਲ ਹੋਰ, ਮੌਲਿਕ ਅਧਿਕਾਰ ਲੋਕਾਂ ਲਈ ਹੁੰਦੇ ਆ, ਇਹ ਲੋਕ ਲੈਂਦੇ ਆ, ਅਤੇ ਨਿਰਦੇਸ਼ਕ ਸਿਧਾਂਤ ਸਟੇਟ ਵਾਸਤੇ ਹੁੰਦੇ ਆ ਕਿ ਤੁਹਾਡੇ 'ਤੇ ਲਾਗੂ ਆ। ਇਹ ਰਾਜਨੀਤਿਕ ਅਤੇ ਮਤਲਬ ਇਹ ਰਾਜਨੀਤਿਕ ਨਿਆਂ ਦਿੰਦੇ ਆ, ਸੌਰੀ ਇਹ ਗਲਤ ਕਰਤਾ, ਇਹ ਸਮਾਜਿਕ ਅਤੇ ਆਰਥਿਕ ਨਿਆਂ ਦਿੰਦੇ ਆ। ਇਹ ਵੀ ਗੱਲ ਬਹੁਤ ਇੰਪੋਰਟੈਂਟ ਆ, ਠੀਕ ਆ। ਇਹ
ਪਰਸਨਲ ਹੁੰਦੇ ਆ, ਲੋਕਾਂ ਦੇ ਆਪਣੇ ਹੁੰਦੇ ਆ, ਮੇਰੇ ਫੰਡਾਮੈਂਟਲ ਰਾਈਟ ਤੁਹਾਡੇ ਉਹਦੇ, ਇਹ ਸਾਰੇ ਸਮਾਜ ਲਈ ਹੁੰਦੇ ਆ। ਇਹ ਵੈਲਫੇਅਰ ਸਟੇਟ ਬਣਾਉਣ ਦਾ ਵਾਅਦਾ ਕਰਦੇ ਆ, ਕਲਿਆਣਕਾਰੀ ਰਾਜ ਬਣਾਉਣ ਦਾ ਵਾਅਦਾ ਕਰਦੇ ਆ। ਸੋ ਉਮੀਦ ਕਰਦਾ ਕਿ ਆਹ ਚੀਜ਼ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਮੈਂ ਤੁਹਾਨੂੰ ਪ੍ਰੋਪਰਲੀ ਕੱਲਾ DPSP ਪੜ੍ਹਾਤਾ, ਕੱਲਾ DPSP, ਇਹ ਬਹੁਤ ਇੰਪੋਰਟੈਂਟ ਆ। ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਮੌਲਿਕ ਕਰਤੱਵ, ਫੰਡਾਮੈਂਟਲ ਡਿਊਟੀਜ਼। ਕਹਿੰਦੇ ਆ ਭਾਰਤ ਦੇ ਵਿੱਚ ਸੰਵਿਧਾਨ ਦਾ ਭਾਗ 4 ਜਿਹੜਾ ਉਹਦੇ 'ਚ DPSPs ਲਿਖੀਆਂ ਹੈ, ਪਰ ਇੰਦਰਾ ਗਾਂਧੀ ਦੀ ਸਰਕਾਰ ਨੂੰ ਯਕੀਨ ਜਿਹਾ ਨਹੀਂ ਸੀ। ਉਹਨਾਂ ਨੇ ਆਪਣੇ ਇੱਕ ਮੰਤਰੀ, ਉਦੋਂ ਉਹ ਹੋਮ ਡਿਫੈਂਸ ਮਿਨਿਸਟਰ ਸੀ ਸ਼ਾਇਦ, ਸਵਰਨ ਸਿੰਘ, ਉਹਨਾਂ ਦੀ ਕਮੇਟੀ ਬਣਾਈ ਐਮਰਜੈਂਸੀ ਦੇ ਦੌਰਾਨ, ਅਤੇ ਉਹਨਾਂ ਨੂੰ ਕਿਹਾ ਕਿ ਜਿਵੇਂ ਸਰਕਾਰ ਦੀਆਂ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਹੈ, ਕੀ ਆਪਾਂ ਲੋਕਾਂ ਦੀਆਂ ਸਰਕਾਰ ਪ੍ਰਤੀ ਜ਼ਿੰਮੇਵਾਰੀਆਂ ਤੈਅ ਕਰ ਸਕਦੇ ਹਾਂ ਕਿ ਤੁਹਾਡੀਆਂ ਵੀ ਸਰਕਾਰ ਪ੍ਰਤੀ ਜਾਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਹੈ। ਸਵਰਨ ਸਿੰਘ ਕਮੇਟੀ ਦੇ ਕਹਿਣ 'ਤੇ ਸੰਵਿਧਾਨ ਦੇ ਭਾਗ 4 ਦੇ ਨਾਲ 42ਵੀਂ ਸੋਧ ਕਰਕੇ ਇੱਕ ਨਵਾਂ ਸੰਵਿਧਾਨ 'ਚ ਭਾਗ ਐਡ ਕੀਤਾ ਗਿਆ 4A। ਇਹਦੇ ਨਾਲ ਇੱਕ ਨਵਾਂ ਆਰਟੀਕਲ ਐਡ ਕੀਤਾ ਗਿਆ ਅਨੁਛੇਦ 51 ਦੇ ਨਾਲ ਹੀ 51A। ਇਹਦੇ ਅੰਦਰ ਹੀ 10 ਜ਼ਿੰਮੇਵਾਰੀਆਂ ਲੋਕਾਂ 'ਤੇ ਪਾਤੀਆਂ। 51A ਦੇ ਅੰਦਰ 1 2 3 4 5 6 7 8 9 ਅਤੇ 10। ਜਿਵੇਂ ਤੁਸੀਂ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਵੇ ਤਾਂ ਤੁਸੀਂ ਉਹਨੂੰ ਕੋਰਟ 'ਚ ਨਹੀਂ ਲਿਜਾ ਸਕਦੇ, ਪਰ ਉਵੇਂ ਹੀ ਜੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਉਣ ਤਾਂ ਸਰਕਾਰ ਉਹਨਾਂ ਨੂੰ ਕੋਰਟ 'ਚ ਨਹੀਂ ਲਿਜਾ ਸਕਦੀ। ਬਸ ਐਂ ਆ ਕਿ ਪਈਆਂ ਰਹਿਣਗੀਆਂ, ਲੋਕਾਂ ਨੂੰ ਆਪੇ ਸ਼ਰਮ ਆ ਜਾਂਦੀ ਹੈ ਅਤੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ। ਕਹਿੰਦੇ ਜਿਹੜੀਆਂ 10 ਜ਼ਿੰਮੇਵਾਰੀਆਂ 42ਵੀਂ ਸੰਵਿਧਾਨਕ ਸੋਧ ਨਾਲ ਐਡ ਹੋਈਆਂ ਸੀ ਉਹ ਕਿਹੜੀਆਂ ਸੀ? ਸਭ ਤੋਂ ਪਹਿਲੀ ਜ਼ਿੰਮੇਵਾਰੀ ਲੋਕਾਂ 'ਤੇ ਕਿ ਉਹ ਸੰਵਿਧਾਨ ਦੀ ਪਾਲਣਾ ਕਰੇ ਅਤੇ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦੀ ਇੱਜ਼ਤ ਕਰੇ। ਦੂਜਾ, ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਸਨਮਾਨ ਕਰੇ, ਠੀਕ ਆ, ਅਤੇ ਉਹਨੂੰ ਖਾਰਜ ਨਾ ਕਰੇ। ਤੀਜਾ, ਦੇਸ਼ ਦੀ ਸੋਵਰੈਨਿਟੀ, ਇੰਟੀਗ੍ਰਿਟੀ ਅਤੇ ਯੂਨਿਟੀ 'ਚ ਯਕੀਨ ਰੱਖੇ, ਦੇਸ਼ ਦੀ ਏਕਤਾ ਅਖੰਡਤਾ 'ਚ ਇਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ ਕੋਈ ਵੀ। ਦੇਸ਼ ਦੀ ਰੱਖਿਆ ਕਰੇ ਅਤੇ ਲੋੜ ਪੈਣ 'ਤੇ ਨੈਸ਼ਨਲ ਸਰਵਿਸ ਵੀ ਦੇਵੇ। ਜੇ ਫੌਜ 'ਚ ਜਾਣਾ ਪਵੇ ਤਾਂ ਦੇਣੀ ਆ, ਪਰ ਜੇ ਨਹੀਂ ਜਾਂਦੇ ਤਾਂ ਸਰਕਾਰ ਘੜੀਸ ਨਹੀਂ ਸਕਦੀ ਤੁਹਾਨੂੰ ਕੋਰਟ 'ਚ, ਠੀਕ ਆ। ਭਾਰਤੀ ਲੋਕਾਂ 'ਚ ਸਮਾਨ ਭਾਈਚਾਰੇ, ਫਰੈਟਰਨਿਟੀ ਦੀ ਭਾਵਨਾ ਹੋਵੇ ਅਤੇ ਲੋਕ ਆਪਸ 'ਚ ਨਫ਼ਰਤ ਨਾ ਕਰਨ। ਨੈਕਸਟ ਉਸ ਤੋਂ ਬਾਅਦ ਲੋਕ ਸੱਭਿਆਚਾਰਕ ਵਿਰਸੇ ਦੀ, ਜਿਹੜਾ ਸਾਡਾ ਕੰਪੋਜ਼ਿਟ ਕਲਚਰ ਆ, ਮਿਲਿਆ ਜੁਲਿਆ ਕਲਚਰ ਇੱਕ ਦੂਜੇ ਦੇ ਨਾਲ ਮਿਲਦਾ, ਹਿੰਦੂ ਸਿੱਖਾਂ ਸਾਰੇ ਭਾਈਆਂ ਦਾ, ਉਹ ਬਣਿਆ ਰਵੇ। ਨੈਕਸਟ, ਸਰਕਾਰ ਦੀ ਇਹ ਲੋਕਾਂ ਦੀ ਜ਼ਿੰਮੇਵਾਰੀ ਆ ਕਿ ਉਹ ਆਪਣੇ ਵਾਤਾਵਰਨ ਨੂੰ ਬਚਾਉਣ। ਜਿਵੇਂ ਆਰਟੀਕਲ 48 ਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਆ, ਇੱਥੇ ਲੋਕਾਂ ਦੀ ਜ਼ਿੰਮੇਵਾਰੀ ਆ। ਅਗਲਾ, ਲੋਕ ਅੰਧ ਵਿਸ਼ਵਾਸ ਛੱਡ ਕੇ ਵਿਗਿਆਨਿਕ ਦ੍ਰਿਸ਼ਟੀਕੋਣ, ਤਰਕ ਨੂੰ ਅਪਣਾਉਣ, ਅੰਧ ਵਿਸ਼ਵਾਸ 'ਚ ਯਕੀਨ ਨਾ ਰੱਖਣ, ਅਤੇ ਜਨਤਕ ਸੰਪੱਤੀ ਦੀ ਤਾਂ ਕਦੀ ਨੁਕਸਾਨ ਕਰਨੀ ਨਾ। ਜੇ ਧਰਨਾ ਵੀ ਦੇਣਾ ਤਾਂ ਸੜਕਾਂ ਤੋੜਨ ਨਾ, ਬੱਸਾਂ ਨਾ ਤੋੜਨ। ਨੈਕਸਟ ਅਗਲੀ ਚੀਜ਼ ਆ ਗਈ ਹੈ ਕਿ ਭਾਰਤ ਦੇ ਲੋਕ ਹਮੇਸ਼ਾ ਐਵੇਂ ਦੀਆਂ ਐਕਟੀਵਿਟੀਜ਼ ਕਰਨ, ਇਹੋ ਜਿਹੇ ਕੰਮ ਕਰਨ ਜਿਹੜੀਆਂ ਰਾਸ਼ਟਰ ਨਿਰਮਾਣ ਵਾਸਤੇ ਕੰਮ ਆ ਸਕਣ, ਦੇਸ਼ ਦੀ ਡਿਵੈਲਪਮੈਂਟ ਵਾਸਤੇ ਕੰਮ ਆ ਸਕਣ। ਸੋ ਇਹ ਆਮ ਜਿਹੀਆਂ ਗੱਲਾਂ ਨੇ। ਇਸ ਤੋਂ ਬਾਅਦ 2002 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 86ਵੀਂ ਸੰਵਿਧਾਨਕ ਸੋਧ ਕਰਕੇ ਇੱਕ ਜ਼ਿੰਮੇਵਾਰੀ ਮਾਪਿਆਂ ਅਤੇ ਪੇਰੈਂਟਸ 'ਤੇ ਹੋਰ ਪਾਤੀ ਕਿ ਉਹ ਆਪਣੇ ਬੱਚਿਆਂ ਨੂੰ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਪ੍ਰੋਵਾਈਡ ਕਰਾਉਣ ਵਾਸਤੇ ਸਕੂਲ ਜ਼ਰੂਰ ਭੇਜਣ। ਸੋ ਹੁਣ ਇਹ 11 ਡਿਊਟੀਜ਼ ਨੇ ਫੰਡਾਮੈਂਟਲ। 10 42ਵੀਂ ਅਮੈਂਡਮੈਂਟ ਨਾਲ ਉਦੋਂ ਆਈਆਂ ਜਦੋਂ ਓਰੀਜਨਲੀ ਫੰਡਾਮੈਂਟਲ ਡਿਊਟੀਜ਼ ਸੰਵਿਧਾਨ 'ਚ ਪਹਿਲੀ ਵਾਰੀ ਐਡ ਕੀਤੀਆਂ ਗਈਆਂ। 4 ਭਾਗ ਦੇ ਨਾਲ ਇੱਕ ਨਵਾਂ ਬਣਾਇਆ ਭਾਗ 4A, ਇੱਕ ਸਪੈਸ਼ਲ ਆਰਟੀਕਲ ਬਣਾਇਆ 51A, ਉਹਦੇ 'ਚ ਸਾਰੀਆਂ ਡਿਊਟੀਜ਼ ਨੂੰ ਐਡ ਕੀਤਾ ਗਿਆ। ਸੋ ਉਮੀਦ ਕਰਦਾ ਫਿਰ ਉਸ ਤੋਂ ਬਾਅਦ 86ਵੀਂ ਅਮੈਂਡਮੈਂਟ ਨਾਲ ਇੱਕ ਡਿਊਟੀ ਹੋਰ ਐਡ ਕੀਤੀ ਗਈ, 11ਵੀਂ ਡਿਊਟੀ। ਕੱਲੀ ਡਿਊਟੀ ਮੈਂ ਤੁਹਾਨੂੰ ਇਹ ਯਾਦ ਕਰਾਈ ਹੈ ਅਤੇ ਸਮਝਾਈ ਹੈ। ਸੋ ਇੱਕ ਬੜਾ ਇੰਪੋਰਟੈਂਟ ਟੌਪਿਕ ਸੀ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਕਿਉਂ ਨਾ ਹੁਣ ਇਹਦੇ 'ਤੇ ਉਸੇ ਹੀ ਆਪਣੇ ਟੈਲੀਗ੍ਰਾਮ ਦਾ ਚੈਨਲ ਜਿਹਦਾ ਮੈਂ ਜ਼ਿਕਰ ਕੀਤਾ ਹੈ ਉਹਦੇ 'ਚ ਪੰਜਾਬੀ ਮੀਡੀਅਮ 'ਚ, ਠੀਕ ਆ, ਤੁਹਾਨੂੰ ਇਸ ਨੰਬਰ 'ਤੇ ਕੰਟੈਕਟ ਕਰਕੇ ਤੁਸੀਂ ਉਸ ਟੈਲੀਗ੍ਰਾਮ ਦਾ, ਵੈਸੇ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਵੀ ਹੈਗਾ, ਤੁਸੀਂ ਗੱਲ ਕਰੋ ਅਤੇ ਪੁੱਛੋ ਕਿ ਤੁਸੀਂ ਕਿਸ ਤਰੀਕੇ ਨਾਲ ਹੋਰ ਲਗਾਤਾਰ ਵੀਡੀਓਜ਼ ਤੁਹਾਡੇ ਵਾਸਤੇ ਪੂਰੀ ਦੀ ਪੂਰੀ ਪੋਲਿਟੀ ਫ੍ਰੀ ਇਹਦੇ 'ਚ ਕਵਰ ਕਰਾਈ ਜਾਊਗੀ। ਅਤੇ ਮੈਂ ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਵੀ ਇੱਕ ਪ੍ਰੋਮਿਸ ਕਰ ਚੁੱਕਿਆ ਕਿ ਜੇ ਤੁਸੀਂ ਸਾਡੇ ਤੋਂ ਸਾਡੀਆਂ ਬੁੱਕਸ, ਸਪੈਸ਼ਲੀ ਪੰਜਾਬੀ ਮੀਡੀਅਮ 'ਚ ਕਾਂਸਟੇਬਲ ਦੀ ਕਿਤਾਬ ਜੋ ਸਕਰੀਨ 'ਤੇ ਚੱਲ ਰਿਹਾ ਹੈ, ਇਹੀ ਸਾਰਾ ਮਟੀਰੀਅਲ ਆ, ਸਾਰੀ ਪੋਲਿਟੀ ਪੰਜਾਬੀ ਦੇ ਵਿੱਚ, ਮੈਥ ਪੰਜਾਬੀ 'ਚ, ਰੀਜ਼ਨਿੰਗ,
ਕੰਪਿਊਟਰ ਵੀ ਪੰਜਾਬੀ 'ਚ, ਮਗਰ MCQs ਵੀ ਪੰਜਾਬੀ 'ਚ, ਤੇ ਸਵਾਲ ਸਾਰੇ ਉਹ ਜੋ TCS ਨੇ ਪਾਉਣੇ ਆ। ਸੋ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਸਾਰਿਆਂ ਲਈ, ਅਸੀਂ ਸਿਰਫ ਕਾਂਸਟੇਬਲਾਂ ਲਈ ਕਿਤਾਬ ਬਣਾਈ ਹੈ ਹਜੇ, ਤੇ ਕੁਆਲਿਟੀ ਉਹ ਤੁਸੀਂ ਯਕੀਨ ਕਰੋਗੇ ਕਿ ਵਾਕਈ ਇਹ ਮਿਹਨਤ ਕੀਤੀ ਹੋਈ ਹੈ ਕਿਤਾਬ। ਤੇ ਇਸ ਤੋਂ ਬਿਨਾਂ ਅਸੀਂ ਇੱਕ ਕਿਤਾਬ ਤਿਆਰ ਕੀਤੀ ਹੈ ਸਪੈਸ਼ਲੀ ਪੰਜਾਬੀ ਪੇਪਰ A ਵਾਲੇ ਬੱਚਿਆਂ ਲਈ, ਜਿਨ੍ਹਾਂ ਨਾਲ ਪੰਜਾਬੀ ਪੇਪਰ A ਦੇਣਾ ਹੈ, ਠੀਕ ਆ। ਉਸ ਕਿਤਾਬ 'ਤੇ ਵੀ ਬਹੁਤ ਮਿਹਨਤ ਹੋਈ ਆ। ਉਸ ਕਿਤਾਬ ਨੂੰ ਵੀ ਤੁਸੀਂ ਜਿਹੜੀ ਵੀ ਕਿਤਾਬ ਆਰਡਰ ਕਰਨੀ ਆ, ਸਬ ਇੰਸਪੈਕਟਰ ਦੇ ਪੇਪਰ ਬਾਈਲਿੰਗੁਅਲ 'ਚ ਲੈਣ ਵਾਸਤੇ ਵੀ ਕਿਤਾਬ ਹੈਗੀ ਆ, ਠੀਕ ਆ। 7708800072 'ਤੇ ਕਾਲ ਕਰਕੇ ਤੁਸੀਂ ਇਹ ਕਿਤਾਬਾਂ ਲੈ ਸਕਦੇ ਹੋ, ਠੀਕ ਆ। ਇਸ ਤੋਂ ਬਿਨਾਂ ਸਾਡਾ ਮੇਨ ਚੈਨਲ ਜਿਹੜਾ ਮਾਸਟਰ ਕਲਾਸਿਸ ਪਟਿਆਲਾ, ਜਿੱਥੇ ਅਸੀਂ ਬਾਈਲਿੰਗੁਅਲ 'ਚ ਵੱਡੇ ਵਧੀਆ ਪੇਪਰਾਂ ਦੀ, ਹਾਈ ਲੈਵਲ ਦੇ ਪੇਪਰਾਂ ਦੀ ਤਿਆਰੀ ਕਰਾਉਂਦੇ ਆ, ਉਹਦੇ ਬਾਰੇ ਵੀ ਕੋਈ ਜਾਣਕਾਰੀ ਲੈਣੀ ਆ ਤਾਂ ਇਸ ਨੰਬਰ ਤੋਂ ਲੈ ਸਕਦੇ ਹੋ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।